गुरबाणी कहे सेवक जन मानै। परतख गुरु निस्तारे। जेता जियो पिंड सब तेरा। तू अंतर जामी पुरख भगवान। दासन दास कह जन नानक। जेहा तू कराहे तेहा करी बख्यान। श्री वाहे गुरु साहिब जी। ए शरीरा मेरेया इस जग में आए कह। या तुध कर्म कमाया के कर्म कमाया। तुध शरीरा जातू जग में आया। जिन हर तेरा रचन रचया सो हर मन ना वसाया। गुर प्रसादी हर मन वसया। पूरब लिखिया पाया। कह नानक एह शरीर प्रवान होवा। जिन सतगुर स्यों चित लाया। कह नानक एह शरीर प्रवान होवा। जिन सतगुर स्यों चित गुरु गरीब निवाज साहिब सतगुरु श्री गुरु ग्रंथ साहिब जी दे पावन और पवित्र चरना कमलों दे विच बाला प्रीतम धन धन साहिब सतगुरु गुरु हरकृष्ण साहिब सच्चे पातशाह जी दे पवित्र स्थानां दे उपर बड़ी ही श्रद्धा और भावना दे नाल सतगुरु जी दे पवित्र चरणां दियां आपां हाजरियां भर रहे हैं। गुरु घर के कीर्तनियां दे पासों आप सब संगतां ने गुरु चरणां दे विच बैठ करके रब्बी बाणी दे इलाही बाणी दे कीर्तन सरवण कीते ने। सतगुरु जी के पवित्र चरणों के विच इस तरह आप सुरतियां और बिरतियां नूं एकाग्र करके दासरे दे पासों जो आप संगतां ने हुणे हुणे धन धन साहिब सतगुरु गुरु अमरदास सच्चे पातशाह जी के द्वारा उचारण की हुई पवित्र बाणी श्री आनंद साहिब जी की बाणी के विचों एक पौड़ी श्रवण की है।
ਇਹ ਸ਼ਰੀਰਾ ਮੇਰਿਆ ਇਸ ਜਗ ਮੈਂ ਆਏ ਕੈ ਕਿਆ ਤੁਧ ਕਰਮ ਕਮਾਇਆ। ਇਹਨਾਂ ਪਵਿੱਤਰ ਬਚਨਾਂ ਦੀ ਆਪਾਂ ਸਾਰਿਆਂ ਨੇ ਵਿਚਾਰ ਦੇ ਨਾਲ ਸਾਂਝ ਪਾਉਣੀ ਹੈ। ਜਿੱਥੇ ਆਪਾਂ ਇਹਨਾਂ ਪਵਿੱਤਰ ਬਚਨਾਂ ਨੂੰ ਵਿਚਾਰਨਾ ਹੈ, ਸਮਝਣਾ ਹੈ, ਉੱਥੇ ਕੋਸ਼ਿਸ਼ ਕਰਿਓ ਕਿ ਸਤਿਗੁਰੂ ਜੀ ਦਾ ਪਵਿੱਤਰ ਉਪਦੇਸ਼ ਸਾਡੇ ਸਾਰਿਆਂ ਦੇ ਜੀਵਨ ਦੇ ਵਿੱਚ, ਸਾਡੇ ਸਾਰਿਆਂ ਦੇ ਹਿਰਦਿਆਂ ਦੇ ਵਿੱਚ ਵਸ ਜੇ। ਧੰਨ ਧੰਨ ਸਾਹਿਬ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਜੋਤੀ ਜੋਤ ਸਮਾਉਣ ਦਾ ਦਿਵਸ ਔਰ ਧੰਨ ਧੰਨ ਸਾਹਿਬ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਗੁਰਤਾ ਗੱਦੀ ਗੁਰਪੁਰਬ, ਇਹ ਵੀ ਆਪਾਂ ਪਿਛਲੇ ਦਿਨਾਂ ਦੇ ਵਿੱਚ ਇਹ ਮਨਾਏ ਨੇ। ਤੇ ਦਸਰੇ ਨੂੰ ਵਿਸ਼ੇਸ਼ ਤੌਰ ਤੇ ਇਹ ਹੁਕਮ ਹੋਇਆ ਹੈ ਕਿ ਇਹਨਾਂ ਇਤਿਹਾਸਕ ਦਿਹਾੜਿਆਂ ਦੇ ਨਾਲ ਵੀ ਸਾਂਝ ਹੈ ਜਿਹੜੀ ਉਹ ਜ਼ਰੂਰ ਪਾਈ ਜਾਵੇ। ਆਓ ਗੁਰਮਤ ਗੁਰ ਸ਼ਬਦ ਇਤਿਹਾਸਕ ਵਿਚਾਰਾਂ ਦੀ ਅਨੰਦਤਾ ਤੋਂ ਪਹਿਲਾਂ ਸਾਰੀ ਹੀ ਸੰਗਤ ਸੁਰਤੀਆਂ ਔਰ ਬਿਰਤੀਆਂ ਨੂੰ ਇਕਾਗਰ ਕਰੋ। ਕਲਗੀਆਂ ਵਾਲੀ ਸਰਕਾਰ ਅੰਮ੍ਰਿਤ ਕੇ ਦਾਤੇ ਸਰਬੰਸਦਾਨੀ ਸਾਹਿਬ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦੁਆਰਾ ਬਖਸ਼ਿਸ਼ ਕੀਤੀ ਹੋਈ ਫਤਿਹ ਗਜਵਜ ਕੇ ਪ੍ਰਵਾਨ ਕਰੋ। ਕੋਈ ਵੀ ਰਸਨਾ ਵਾਂਝੀ ਨਾ ਰਵੇ। ਸਾਰੇ ਲਵਾਓ ਹਾਜ਼ਰੀ ਤੇ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਸਿੱਖ ਜੀਵਨ ਹੈ। ਅਸੀਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਨੂੰ ਜਿਉਣਾ ਆ। ਤੇ ਜਿਉਣਾ ਕਿਵੇਂ ਆ? ਸਤਿਗੁਰੂ ਨੇ ਬਾਣੀ ਦੇ ਵਿੱਚ ਬਚਨ ਕਹੇ। ਮਾਲਕ ਜੀ ਕਹਿਣ ਲੱਗੇ ਜਿਹੜਾ ਗੁਰੂ ਦਾ ਸਿੱਖ ਆ ਨਾ, ਜਿਹੜਾ ਵਾਕਿਆ ਹੀ ਕਹਿੰਦਾ ਹੈ ਕਿ ਮੈਂ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੋਲੋਂ ਸਿੱਖੀ ਪ੍ਰਾਪਤ ਕੀਤੀ ਆ, ਤੇ ਮਾਲਕ ਨੇ ਬਚਨ ਕਹੇ ਉਹਦਾ ਜੀਵਨ ਕਿਵੇਂ ਦਾ ਹੋਣਾ ਚਾਹੀਦਾ। ਗੁਰੂ ਅਰਜਨ ਸਾਹਿਬ ਦਾ ਬਚਨ ਹੈ, ਗੁਰ ਕੈ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮੈਂ ਸਹਿ। ਉਹ ਗੁਰੂ ਦਾ ਸਿੱਖ ਹੈ ਜਿਹੜਾ ਉਹ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਅਨੁਸਾਰ ਆਪਣਾ ਜੀਵਨ ਬਤੀਤ ਕਰਦਾ ਹੈ। ਅਸੀਂ ਗੁਰਦੁਆਰੇ ਆਏ ਹਾਂ ਤੇ ਸਾਡਾ ਗੁਰਦੁਆਰੇ ਆਉਣ ਦਾ ਮਕਸਦ ਕੀ ਹੈ ਭਲਾ? ਵੇਖੋ, ਜਿੱਥੋਂ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚੋਂ ਆਪਾਂ ਦਾਤਾਂ ਲੈਣੀਆਂ, ਮਾਲਕ ਨੇ ਬਚਨ ਕਹੇ ਸਾਜਨੋ ਤੂੰ ਮੀਤ ਮੇਰਾ ਗ੍ਰਹਿ ਤੇਰੇ ਸਬਕੇ, ਮਾਨ ਮੰਗੋ ਤਾਨ ਮੰਗੋ ਧਨ ਲక్ష్ਮੀ ਸੁੱਤ ਦੇ। ਇਹ ਕੁਝ ਤੇ ਗੁਰੂ ਦੇ ਕੋਲੋਂ ਆਪਾਂ ਮੰਗਣਾ ਹੈ। ਪਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਨੂੰ ਜਦੋਂ ਆਪਾਂ ਪੜ੍ਹਦੇ ਹਾਂ, ਵਿਚਾਰਦੇ ਹਾਂ, ਸਤਿਗੁਰੂ ਜੀ ਦੇ ਕੋਲੋਂ ਸਾਨੂੰ ਕੀ ਮਿਲਦਾ ਭਲਾ? ਗਿਆਨ, ਜੀਵਨ ਦੀ ਜੁਗਤੀ। ਤਾਂ ਹੀ ਸਤਿਗੁਰੂ ਨੇ ਬਾਣੀ ਦੇ ਵਿੱਚ ਬਚਨ ਕਹੇ, ਮਾਲਕ ਜੀ ਕਹਿੰਦੇ ਗੁਰਦੁਆਰੇ ਹੋਏ, ਸਾਰੇ ਪੜੋ, ਗੁਰਦੁਆਰੇ ਹੋਏ ਸੋਝੀ ਪਾਏ ਸੀ। ਤੇ ਸੋਝੀ ਕਿਵੇਂ ਮਿਲੇਗੀ ਭਲਾ? ਇਹ ਸੋਝੀ ਤਾਂ ਮਿਲੇਗੀ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਨਾਲ ਜੁੜਾਂਗੇ, ਗੁਰੂ ਦੇ ਕੋਲੋਂ ਸਿੱਖਿਆ ਪ੍ਰਾਪਤ ਕਰਾਂਗੇ। ਮੈਂ ਇੱਥੇ ਛੋਟੀ ਜਿਹੀ ਇੱਕ ਉਦਾਹਰਨ ਦੇ ਦਿਆਂ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਇੱਕ ਨਗਰ ਦੇ ਵਿੱਚ ਗਏ ਤੇ ਉੱਥੇ ਸਤਿਗੁਰੂ ਜੀ ਨੇ ਕੀਰਤਨ ਕੀਤਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਬਹੁਤ ਵੱਡੇ ਰਾਗੀ ਨੇ, ਤਾਂ ਹੀ ਤੇ 19 ਰਾਗਾਂ ਦੇ ਵਿੱਚ ਬਾਣੀ ਸਤਿਗੁਰੂ ਜੀ ਨੇ ਉਚਾਰਨ ਕੀਤੀ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਸਾਥੀ ਹੈ ਨਾ, ਸਾਥੀ ਉਹ ਰਵਾਬੀ ਹੈ। ਰਵਾਬ ਵਜਾਉਂਦਾ ਹੈ ਭਾਈ ਮਰਦਾਨਾ ਜੀ। ਸਤਿਗੁਰੂ ਜੀ ਨੇ ਕੀਰਤਨ ਕੀਤਾ ਤੇ ਜਿੱਥੇ ਕੀਰਤਨ ਕੀਤਾ ਉੱਥੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਗੁਰਮਤਿ ਵਿਚਾਰਾਂ ਵੀ ਸਾਂਝੀਆਂ ਕੀਤੀਆਂ। ਹੁਣ ਜਿਸ ਵੇਲੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਗੁਰਮਤਿ ਵਿਚਾਰਾਂ ਕੀਤੀਆਂ ਤੇ ਆਮ ਤੌਰ ਤੇ ਨਾ ਸਤਿਗੁਰੂ ਜੀ ਕਿਸੇ ਦੇ ਘਰ ਘੱਟ ਰੁਕਦੇ ਸਨ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਜ਼ਿਆਦਾਤਰ ਖੇਤਾਂ ਦੇ ਵਿੱਚ ਖੂਹ ਤੇ ਰੁਕਦੇ ਹੁੰਦੇ ਸਨ।
ਪਿੰਡ ਇਕੱਠਾ ਹੋਇਆ ਸੀ, ਦੀਵਾਨਾਂ ਦੀ ਸਮਾਪਤੀ ਹੋਈ ਤੇ ਸਾਰੇ ਆਪੋ ਆਪਣੇ ਘਰੇ ਚਲੇ ਗਏ। ਸਤਿਗੁਰੂ ਜੀ ਖੂਹ ਤੇ ਰੁਕੇ, ਭਾਈ ਮਰਦਾਨਾ ਜੀ ਨਾਲ ਨੇ। ਹੁਣ ਹੋਇਆ ਕਿ ਵੀ ਅੱਧੀ ਕੇ ਰਾਤ ਨੂੰ ਨਾ ਸਤਿਗੁਰੂ ਗੁਰੂ ਨਾਨਕ ਸਾਹਿਬ ਤੇ ਭਾਈ ਮਰਦਾਨਾ ਜੀ ਕੀ ਵੇਖਦੇ ਆ ਵੀ ਉੱਥੇ ਜਿੱਥੇ ਗੁਰੂ ਸਾਹਿਬ ਰੁਕੇ ਨੇ ਇੱਥੇ ਬੋਲ ਲੱਗੇ ਹੋਏ ਸੀ ਕਣਕ ਦੇ। ਪੁਰਾਣੇ ਸਮੇਂ ਦੇ ਵਿੱਚ ਜਦੋਂ ਕਣਕ ਵੱਢਦੇ ਸੀ ਲੋਕ ਖੇਤਾਂ ਦੇ ਵਿੱਚ ਹੀ ਰੱਖ ਲੈਂਦੇ ਹੁੰਦੇ ਸਨ, ਕਿਉਂਕਿ ਇੰਨੇ ਸਾਧਨ ਨਹੀਂ ਸਨ ਹੈਗੇ। ਕਣਕ ਨੂੰ ਝਾੜਨਾ ਜਾਂ ਹੋਰ ਮੱਕੇ ਨੂੰ ਝਾੜਨਾ ਤੇ ਉਹਨਾਂ ਨੇ ਖੇਤਾਂ 'ਚ ਢੇਰ ਲਾ ਕੇ ਰੱਖ ਲੈਣਾ, ਜਿਹਨੂੰ ਕਹਿੰਦੇ ਸੀ ਬੋਲ ਲੱਗਿਆ ਹੋਇਆ। ਉਹ ਕਣਕ ਦੀਆਂ ਢੇਰੀਆਂ ਵਾ ਖੇਤਾਂ ਦੇ ਵਿੱਚ ਪਈਆਂ ਤੇ ਇੱਕ ਸੱਜਣ ਅੱਧੀ ਕੁ ਰਾਤ ਨੂੰ ਆਇਆ ਤੇ ਉਹਨੇ ਕੀ ਕੀਤਾ ਵੀ ਉਹਨੇ ਆਪਣੇ ਕੋਲੋਂ ਭਾਂਡਾ ਲਿਆ ਤੇ ਭਾਂਡਾ ਲੈ ਕੇ ਨਾ ਉਹ ਇੱਕ ਬੋਲ ਦੇ ਵਿੱਚੋਂ ਭਾਂਡਾ ਭਰਦਾ, ਪੀਪਾ ਭਰਦਾ ਜਾਂ ਤਸਲਾ ਭਰਦਾ ਬੱਠਲ, ਤੇ ਉਹ ਕੱਢ ਕੇ ਦੂਜੇ ਬੋਲ ਦੇ ਵਿੱਚ ਪਾ ਦਿੰਦਾ। ਉਹਨੇ 4-5 ਤਸਲੇ 4-5 ਪੀਪੇ ਉਹਨਾਂ ਸਮਿਆਂ 'ਚ ਜਿਹੜਾ ਭਾਂਡਾ ਸੀ ਭਰੇ ਇੱਧਰ ਪਾਤੇ। ਭਾਈ ਮਰਦਾਨਾ ਜੀ ਬੜੇ ਹੈਰਾਨ ਹੈ। ਮੈਂ ਬੇਨਤੀ ਕਰ ਰਿਹਾ ਵੀ ਸਾਨੂੰ ਗੁਰਦੁਆਰੇ ਆਣ ਕੇ ਕੀ ਮਿਲਦਾ, ਇਹ ਧਿਆਨ ਰੱਖਿਆ ਜੇ ਕਨਸੈਪਟ। ਭਾਈ ਮਰਦਾਨਾ ਜੀ ਬੜੇ ਹੈਰਾਨ ਨੇ। ਸਤਿਗੁਰੂ ਗੁਰੂ ਨਾਨਕ ਸਾਹਿਬ ਨੂੰ ਕਹਿੰਦੇ ਸਤਿਗੁਰੂ ਕੀ ਫਾਇਦਾ ਇਹਨਾਂ ਨੂੰ ਕੀਰਤਨ ਸੁਣਾਉਣ ਦਾ, ਸਤਿਗੁਰੂ ਕੀ ਫਾਇਦਾ ਇਹਨਾਂ ਦਾ ਗੁਰਮਤਿ ਵਿਚਾਰਾਂ ਆਪਾਂ ਘੰਟਾ 2 ਘੰਟੇ ਸਾਂਝੀਆਂ ਕੀਤੀਆਂ। ਆ ਮਾਲਕ ਜੀ ਵੇਖੋ, ਆ ਹੁਣੇ 2-4 ਘੰਟੇ ਪਹਿਲਾਂ ਦੀਵਾਨ ਲੱਗੇ ਸਨ, ਇਹ ਸੱਜਣ ਆਏ ਸਨ, ਸੁਣ ਕੇ ਗਏ ਨੇ ਤੇ ਆ ਵੇਖੋ ਫਾਇਦਾ ਆਇਆ ਕੋਈ, ਆ ਚੋਰੀ ਹੁੰਦੀ ਪਈ ਆ। ਸਤਿਗੁਰੂ ਜੀ ਕਹਿੰਦੇ ਕੋਈ ਗੱਲ ਨਹੀਂ, ਰੁਕ ਜਾ। ਥੋੜਾ ਸਮਾਂ ਹੋਇਆ, ਜਦੋਂ ਉਹ ਚੱਲ ਗਿਆ ਤੇ ਇੱਕ ਹੋਰ ਆ ਗਿਆ। ਉਹਨੇ ਕੀ ਕੀਤਾ ਵੀ ਜਿਹੜੇ ਬੋਲ 'ਚ ਉਹ ਸੱਜਣ ਪਹਿਲਾਂ ਕਣਕ ਪਾ ਕੇ ਗਿਆ ਸੀ ਨਾ, ਉਹਨੇ ਉਹਦੇ 'ਚੋਂ ਕੱਢ ਕੇ ਤੇ ਦੂਜੇ 'ਚ ਪਾਉਣੀ ਸ਼ੁਰੂ ਕਰਤੀ। ਉਹਨੇ 3-4 ਤਸਲੇ ਉਹਦੇ 'ਚ ਪਾਤੇ ਜਿਹਦੇ 'ਚੋਂ ਪਹਿਲਾਂ ਕੱਢੀ ਸੀ। ਭਾਈ ਮਰਦਾਨਾ ਜੀ ਕਹਿੰਦੇ ਵੀ ਸਤਿਗੁਰੂ ਇਹ ਤਾਂ ਸਾਰੇ ਹੀ ਇਹੋ ਜਿਹੇ ਨੇ, ਇਹਨਾਂ ਨੂੰ ਸਮਝਾਉਣ ਦੀ ਕੋਈ ਲੋੜ ਨਹੀਂ। ਖੈਰ, ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਉਸ ਵੇਲੇ ਤੇ ਕੁਛ ਨਾ ਕਿਹਾ। ਸਵੇਰੇ ਦੀਵਾਨ ਸਜੇ, ਪਿੰਡ ਦੀਆਂ ਸੰਗਤਾਂ ਆਈਆਂ, ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਕੀਰਤਨ ਕੀਤਾ ਤੇ ਦੀਵਾਨਾਂ ਦੀ ਸਮਾਪਤੀ ਵੇਲੇ ਮਾਲਕ ਨੇ ਨਾ ਗੁਰੂ ਨਾਨਕ ਸਾਹਿਬ ਨੇ ਗੱਲ ਕਹੀ ਕਿ ਰਾਤ ਨੂੰ ਇੱਥੇ ਕੋਈ ਆਇਆ ਸੀ। ਹੁਣ ਗੁਰੂ ਨਾਨਕ ਸਾਹਿਬ ਦਾ ਵਚਨ ਸੁਣਿਓ। ਮਾਲਕ ਜੀ ਕਹਿੰਦੇ ਵੀ ਰਾਤ ਨੂੰ ਨਾ, ਅੱਧੀ ਰਾਤ ਨੂੰ ਕੋਈ ਇੱਥੇ ਆਇਆ ਸੀ, ਉਹ ਖੜਾ ਹੋ ਜੇ। ਹੁਣ ਗੁਰੂ ਨਾਨਕ ਸਾਹਿਬ ਜੀ ਦੇ ਕੋਲੋਂ ਕੀਰਤਨ ਸੁਣਿਆ, ਗੁਰੂ ਨਾਨਕ ਸਾਹਿਬ ਜੀ ਦੇ ਕੋਲੋਂ ਉਹਨਾਂ ਨੇ ਗੁਰਮਤਿ ਵਿਚਾਰਾਂ ਕਥਾ ਸੁਣੀ, ਸ਼ਬਦ ਦੀ ਵਿਚਾਰ ਸੁਣੀ। ਗੁਰੂ ਸਾਹਿਬ ਜੀ ਕਹਿੰਦੇ ਜਿਹੜਾ, ਗੁਰੂ ਸਾਹਿਬ ਨੇ ਕਿਹਾ ਇੱਕ ਜਣਾ ਜਿਹੜਾ ਰਾਤ ਨੂੰ ਆਇਆ ਸੀ ਖੜਾ ਹੋ ਜੇ। ਉਹ 2 ਜਣੇ ਖੜੇ ਹੋ ਗਏ। ਹੁਣ ਉਹਨਾਂ ਨੂੰ ਇਸ ਗੱਲ ਦਾ ਨਹੀਂ ਨਾ ਪਤਾ, ਉਹ ਤਾਂ ਕਹਿੰਦਾ ਵੀ ਮੈਂ ਇਕੱਲਾ ਹੀ ਆਇਆ ਖੜੀ। ਉਹਨਾਂ ਨੂੰ ਨਹੀਂ ਨਾ ਪਤਾ ਵੀ ਅਸੀਂ 2 ਜਣੇ ਆਏ ਸੋ। ਦੋਨੋਂ ਜਣੇ ਖੜੇ ਹੋ ਗਏ ਤੇ ਸਾਰੀ ਸੰਗਤ ਵੇਖਦੀ ਹੈ ਵੀ ਇਹ ਜਿਹੜੇ ਖੜੇ ਹੋਏ ਨੇ ਦੋਨੋਂ ਭਰਾ ਨੇ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਪਹਿਲੇ ਨੂੰ ਪੁੱਛਦੇ ਆ। ਮਾਲਕ ਜੀ ਕਹਿਣ ਲੱਗੇ ਵੀ ਤੂੰ ਦੱਸ ਕੀ ਲੈਣ ਆਇਆ ਸੈਂ? ਕਹਿੰਦਾ ਸਤਿਗੁਰੂ ਜੀ, ਕਹਿੰਦਾ ਮੈਂ ਤੁਹਾਡਾ ਕੀਰਤਨ ਸੁਣਿਆ, ਸਤਿਗੁਰੂ ਜੀ ਤੁਹਾਡੀ ਕਥਾ ਸੁਣੀ, ਮੈਂ ਗੁਰਮਤਿ ਵਿਚਾਰਾਂ ਸੁਣੀਆਂ ਤੇ ਮੇਰਾ ਮਨ ਪਸੀਜ ਗਿਆ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਤੁਹਾਡੀ ਬਾਣੀ ਨੇ, ਤੁਹਾਡੇ ਸ਼ਬਦਾਂ ਨੇ, ਤੁਹਾਡੀਆਂ ਵਿਚਾਰਾਂ ਨੇ ਮੇਰੇ ਤੇ ਇਹੋ ਜਿਹਾ ਪ੍ਰਭਾਵ ਪਾਇਆ ਕਿ ਮੇਰੇ ਮਨ ਦੇ ਵਿੱਚ ਆਇਆ ਮੈਂ ਸਾਰੀ ਉਮਰ ਆਪਣੇ ਭਰਾ ਦੇ ਨਾਲ ਈਰਖਾ ਕੀਤੀ ਹੈ। ਮੇਰੇ ਮਨ ਦੇ ਵਿੱਚ ਆਇਆ ਮੈਂ ਸਾਰੀ ਉਮਰ ਆਪਣੇ ਭਰਾ ਨੂੰ ਠੱਗਦਾ ਰਿਹਾ, ਲੁੱਟਦਾ ਰਿਹਾ, ਇਹਦੇ ਨਾਲ ਧੋਖੇ ਕਰਦਾ ਰਿਹਾ। ਤੇ ਮਨ ਦੇ ਵਿੱਚ ਆਇਆ ਵੀ ਐਡੀਆਂ ਸੋਹਣੀਆਂ ਗੁਰਮਤਿ ਵਿਚਾਰਾਂ ਜਿਹੜੀਆਂ ਜੀਵਨ ਦੀ ਜੁਗਤੀ ਦੱਸਦੀਆਂ ਕਿਉਂ ਨਾ ਮੈਂ ਆਪਣੇ ਭਰਾ ਦੀ ਮਦਦ ਕਰਾਂ, ਕਿਉਂ ਨਾ ਮੈਂ ਆਪਣੇ ਭਰਾ ਦੀ ਮਦਦ ਕਰਾਂ। ਮਨ ਦੇ ਵਿੱਚ ਸੀ ਵੀ ਭਰਾ ਆ ਮੇਰਾ ਵੱਡਾ ਤੇ ਉਹਦੇ ਖਰਚੇ ਵੀ ਜ਼ਿਆਦੇ ਆ, ਤੇ ਜੇ ਮੈਂ ਇਸ ਤਰ੍ਹਾਂ ਉਹਨੂੰ ਕਹਾਂਗਾ ਨਾ ਵੀ ਆ ਮੈਂ ਤੈਨੂੰ ਕੁਝ ਪੈਸੇ ਦੇਣੇ ਆ, ਉਹਨੇ ਨਹੀਂ ਸੀ ਲੈਣੇ। ਸਤਿਗੁਰੂ ਜੀ ਮੈਂ ਸੋਚਿਆ ਵੀ ਕੰਮ ਵੀ ਹੋ ਜੇ ਤੇ ਆਪਾਂ ਨੂੰ ਉਹਨੂੰ ਦੱਸਣਾ ਵੀ ਨਾ ਪਵੇ ਤੇ ਭਲਾ ਵੀ ਕਰ ਦਈਏ ਭਰਾ ਦਾ। ਤੇ ਮੈਂ ਕੀ ਕੀਤਾ, ਕਹਿੰਦਾ ਰਾਤ ਨੂੰ ਉੱਠਿਆ ਤੇ ਮੈਨੂੰ ਨੀਂਦ ਨਹੀਂ ਆਈ, ਤੁਹਾਡੀਆਂ ਗੁਰਮਤਿ ਵਿਚਾਰਾਂ ਸੁਣ ਕੇ ਮੈਂ ਘਰ ਗਿਆ ਤੇ ਘਰੇ ਮੇਰੀ ਅੱਖ ਕੋਈ ਨਹੀਂ ਲੱਗੀ ਤੇ ਮੈਂ ਉਵੇਂ ਹੀ ਆ ਗਿਆ ਤੇ ਮੈਂ ਆਪਣੇ ਬੋਲ ਚੋਂ, ਉਹ ਸੱਜਣ ਕਹਿੰਦਾ ਹੈ, ਮੈਂ ਆਪਣੇ ਬੋਲ ਚੋਂ ਕਣਕ ਕੱਢ ਕੇ
मैं अपने भरा दे बोल दे विच 3-4 तसले 3-4 पीपे जिहड़े ने ना वो भर के पा दिते ते मैं कहा भी चलो पता भी ना लगे ते भला भी हो जाए। सतगुरु गुरु नानक साहब दूसरे नूं पुछदे भी तूं दस, कहंदा सतगुरु जो कुछ इन्हें कहा ना उही कुछ ही मेरे नाल वरतिया। मैं कथा सुन के गया, चैन मैनू भी नहीं आया ते मेरे मन दे विच भी यही सी भी सारी उम्र भरा दे नाल ईरखा कीती है, सारी उम्र ओहदे नाल जिहड़ियां मैं ठगियां ठोरियां करदा रहा। आ गुरु नानक दी बाणी ने, आ साधुआं दी बाणी ने, आ इस महात्मा दी बाणी ने अंदर ज्ञान भर दिता है, अंदर दया भर दी है, जीवन दे विच शुभ गुण जिहड़े ने वो भरपूर हो गए ने। ते मेरा जी कीता भी क्यों ना मैं अपने छोटे भरा दी मदद करके आवां। मैं क्या दसां भी ना, ते मैं रात को आया तो मैं अपने बोल चों कट के उहदे च पाती। हुण तुसीं सियाणे बैठे जे, उन्हें उहदा भला करता, कट के अपने बोल चो इधर पाती ते इन्हें अपने बोल चो फिर कट के उधर पा दी। कणक ते दोनों की पूरी है ना, ਉਹਦੇ बोल च पा गया, ਉਹਦੇ बोल च पा गया। पर वेखो दोनों भरावां दे विच इतफाक कैसा बनिया। आम तौर पर क्या जाता भी सतगुरु गुरु नानक की बाणी, सतगुरु गुरु ग्रंथ साहिब की बाणी या गुरु साहिबाना के जीवन का जिहड़ा इतिहास आ वो साडे जीवन नूं बदलदा है। किवें बदलदा है? इस तरह बदलदा है, सानू समाज दे विच रहना आ जाता है। जिहड़े जीवन दे विच विकार ने ना, विकार आ गुरु साहिब की बाणी कहती है, जिसके सिर ऊपर तू स्वामी सो दुख कैसा पावे। अगली पंक्ति है, बोल ना जाने माया मद माटा, जिहड़ा माया के नशे दे विच कमला होया पिया। मालक जी कहन लगे उन्होंने ते बोलना भी नहीं आता। मालक जी कहते मेरे राम राय बोल ना जाने माया मद माता मरना चीत ना आवे। मेरे राम राय तू संतां का, तुसी संतां दे जे, तुसी नाम जपण वालियां रूहां दे जे। तो फिर अगली पंक्ति की कही, संत तेरे ते दास इत्थे बेनती कर देवे, संत किसी भेख का नाम नहीं हैगा। ये सानू पता होना चाहिए। ये ना समझ लीए भी खड़ी किसी तरह की विशेष तौर की तरह की दस्तार सजाई होगी या कोई विशेष तरह का कपड़ा पाया होएगा तो वह संत है। नहीं, संत एक अवस्था का नाम आ। किहड़ी अवस्था? आ गुरु तेग बहादुर साहब ने कही वो अवस्था, मालक दे बाणी दे बचन ने गुरु तेग बहादुर साहब ने कहा, जो नर दुख मैं दुख नहीं मानै, सुख सुनेह अर भै नहीं जाकै, कंचन माटी मानै। सारा शब्द पढ़ियो। मालक जी कहते गुर किरपा जे नर को कीनी, ते ए जुगत पछानी नानक लीन। जिन्हें विच आ गुण आ गए जिहड़े पहला गुरु तेग बहादुर साहब ने कहे, आया संत, आया रब दे विच लीनता प्राप्त करने वाला। नानक लीन भयो गोबिंद सिंह जो पानी संग पानी। सतगुरु ने वचन कहे, मेरे राम राय तू संतां का, ते अगला वचन की है भला, संत तेरे। ते इहदे तो अगे गुरु साहब ने की किया, कहंदे जिहड़े तुहाडे सेवक बन जांदे आ ना, जिहड़े सतगुरु जी शब्द नाल जुड़ गए, जिहड़े नाम नाल जुड़ गए, जिहड़े गुरु दे चरणां नाल जुड़ गए, जिहड़े बाणी नाल जुड़ गए, फिर कहंदे तेरे सेवक को भाओ किछ नहीं। वो डरते नहीं। क्यों नहीं डरते भला? अगला कहता असीं किहड़ा किसी दे काणे आ। अगला कहता असीं किहड़ा पाप कीते आ। क्योंकि सो डरै, गुरु ग्रंथ साहिब की बाणी कहती सो डरै जे पाप कमावदा। डरे ते ओ जिन्हें पाप किया, डरे ते ओ जिन्हें किसी नाल धोखा किया, डरे ते ओ जिहड़ा विकारां दे विच फसिया, रब दा प्यारा ते किते उच्चा चला गया। ताई मालक ने कहा, सतगुरु जी कहन लगे जिहड़े रब दे प्यारे ने, कहन लगे तेरे सेवक को भाओ किश नाही जम। किहड़े जम? काम रूपी जम, क्रोध रूपी जम, आ लालच रूपी जम। जम नहीं आवे नेरे। ये जिउंदे जी की गल है। जिउंदे जी जिहड़ा परमात्मा के चरणों नाल जुड़ गया। हुण असीं गुरुद्वारे आए हैं, सतगुरु जी कहन लगे साडा गुरुद्वारे आउण दा मकसद की है? गुरुद्वारे हर
ਕੀਰਤਨ ਸੁਣੀਏ। ਇੱਥੇ ਆਏ ਆ ਹੁਣ ਕਈ ਪਤਾ ਕਰਦੇ ਆ ਵੀ ਕਿਸੇ ਨੂੰ ਮਿਲਣ ਦਾ ਟਾਈਮ ਰੱਖਣਾ ਨਾ ਰਿਸ਼ਤੇਦਾਰ ਨੂੰ। ਪ੍ਰਦੇਸ਼ ਦੇ ਵਿੱਚ ਤੇ ਬਹੁਤਾ ਹੀ ਇਹ ਰੁਝਾਨ ਆ, ਕਿਉਂਕਿ ਉਹ 5-6 ਦਿਨ ਕੰਮ ਤੇ ਹੁੰਦੇ ਆ, ਟਾਈਮ ਹੈ ਨਹੀਂ। ਫਿਰ ਉਹ ਫੋਨ ਕਰ ਦਿੰਦੇ ਵੀ ਆਪਾਂ ਤੁਸੀਂ ਐਂ ਕਰਿਓ ਸੰਡੇ ਵਾਲੇ ਦਿਨ ਗੁਰਦੁਆਰੇ ਆ ਜਾਓ, ਹੈ ਨਾ, ਸੈਟਰਡੇ ਵਾਲੇ ਦਿਨ ਤੁਸੀਂ ਗੁਰਦੁਆਰੇ ਆ ਜਾਓ, ਉੱਥੇ ਮਿਲਾਂਗੇ। ਨਹੀਂ, ਇਹ ਜਿਹੜਾ ਗੁਰਦੁਆਰਾ ਹੈ ਨਾ, ਇਹ ਰਿਸ਼ਤੇਦਾਰਾਂ ਨੂੰ ਮਿਲਣ ਦਾ ਥਾਂ ਨਹੀਂ ਹੈਗਾ। ਗੁਰਦੁਆਰਾ ਕੀ ਹੈ? ਮਾਲਕ ਜੀ ਕਹਿੰਦੇ ਗੁਰਦੁਆਰੇ ਆਏ ਹੈ, ਗੁਰਦੁਆਰੇ ਇਕਾਗਰਤਾ ਬਣਾ। ਸਾਡੇ ਉਸਤਾਦ ਜੀ ਨਾ, ਜਿਨ੍ਹਾਂ ਦੇ ਕੋਲ ਅਸੀਂ ਸਿੱਖਿਆ ਲਈ ਹੈ, ਉਹ ਇੱਕ ਗੱਲ ਕਹਿੰਦੇ ਹੁੰਦੇ ਸਨ, ਕਹਿੰਦੇ ਜਦੋਂ ਗੁਰਦੁਆਰੇ ਜਾਓ ਨਾ ਤੇ ਪਹਿਲੀ ਗੱਲ ਤੇ ਇਹ ਆ ਵੀ ਟਾਈਮ ਕੱਢ ਕੇ ਜਾਓ। ਗੁਰਦੁਆਰੇ ਚੱਲੇ ਜੇ, ਆਪਣੇ ਮਾਲਕ ਦੇ ਕੋਲ ਚੱਲੇ ਜੇ, ਆਪਣੇ ਗੁਰੂ ਦੇ ਕੋਲ ਚੱਲੇ ਜੇ। ਪਹਿਲੀ ਗੱਲ ਇਹ ਆ ਵੀ ਗੁਰਦੁਆਰੇ ਜਾਓ, ਸਾਡਾ ਜ਼ਰੂਰੀ ਆ ਜਾਣਾ, ਪਰ ਜਦੋਂ ਜਾਣਾ ਟਾਈਮ ਕੱਢ ਕੇ ਜਾਓ। ਇਹ ਨਹੀਂ ਹੈਗਾ ਵੀ ਭੱਜੇ ਹੀ ਜਾਓ ਤੇ ਚਲੋ ਵੀ ਛੇਤੀ ਛੇਤੀ ਚਲੋ ਛੇਤੀ ਪਰਿਕਰਮਾ ਕੀਤੀ, ਮਹਾਰਾਜ ਨੇ ਕਹਿੰਦੇ ਚਲੋ ਪ੍ਰਸ਼ਾਦਾ ਛਕਿਆ ਤੇ ਚਲੋ ਘਰ ਨੂੰ। ਨਹੀਂ, ਉਹਨਾਂ ਨੇ ਬੜੀ ਪਿਆਰੀ ਇੱਕ ਉਦਾਹਰਣ ਦੇਣੀ। ਕਹਿੰਦੇ ਵੀ ਕਿਸੇ ਦਾ ਤੁਸੀਂ ਪਤਾ ਲੈਣ ਗਏ ਹੋ, ਐਜ਼ ਏ ਐਗਜ਼ਾਮਪਲ ਉਦਾਹਰਣ, ਕਿਸੇ ਦਾ ਪਤਾ ਲੈਣ ਗਏ ਹੋ ਤੁਸੀਂ, ਜਾਂ ਕਿਸੇ ਨੂੰ ਮਿਲਣ ਗਏ ਹੋ, ਸਪੈਸ਼ਲ ਤੁਸੀਂ ਉਹਨੂੰ ਮਿਲਣ ਗਏ ਹੋ ਤੇ ਜਾ ਕੇ ਉਹਦੇ ਨਾਲ ਤੁਸੀਂ ਗੱਲ ਹੀ ਨਾ ਕਰੋ। ਜਾ ਕੇ ਤੁਸੀਂ ਉਹਦੇ ਕੋਲ 2 ਮਿੰਟ ਖੜੋ ਵੀ ਨਾ, ਬੈਠੋ ਵੀ ਨਾ। ਸਾਹਮਣੇ ਵਾਲਾ ਕੀ ਮਹਿਸੂਸ ਕਰੇਗਾ ਵੀ ਯਾਰ ਚੰਗਾ ਬੰਦਾ ਹੈ। ਵੀ ਜੇ ਤੇਰੇ ਕੋਲ ਨਹੀਂ ਟਾਈਮ ਸੀ ਨਾ ਉਹਦਾ, ਇਹੀ ਸੋਚੇਗਾ ਨਾ ਵੀ ਤੂੰ ਦੂਰੋਂ ਹੀ ਸਤਿ ਸ੍ਰੀ ਅਕਾਲ ਕਹਿ ਕੇ ਤੇ ਚੱਲਿਆ ਆ, ਦੂਰੋਂ ਹੀ ਤੂੰ ਫਤਿਹ ਬੁਲਾ ਕੇ ਚੱਲਿਆ। ਕਹਿੰਦੇ ਨਹੀਂ, ਜਦੋਂ ਗੁਰਦੁਆਰੇ ਆਉਣਾ ਹੈ ਨਾ, ਗੁਰਦੁਆਰੇ ਸਾਡੀ ਹਾਜ਼ਰੀ ਤਾਂ ਲੱਗੇਗੀ ਘੱਟੋ ਘੱਟ, ਮੈਂ ਘੱਟ ਤੋਂ ਘੱਟ ਕਹਿ ਰਿਹਾ, 5 ਮਿੰਟ ਦੀਵਾਨ ਹਾਲ ਦੇ ਵਿੱਚ ਜ਼ਰੂਰ ਬੈਠੋ। 5 ਮਿੰਟ, 5 ਮਿੰਟ ਤੇ ਜ਼ਿਆਦਾ ਹੀ ਨਹੀਂ, ਮੈਂ ਘੱਟੋ ਘੱਟ, ਕਿਉਂਕਿ ਭਗਤ ਕਬੀਰ ਸਾਹਿਬ ਨੇ ਕਿਹਾ ਕਬੀਰ ਏਕ ਘੜੀ, ਬਾਣੀ ਕਹਿੰਦੀ ਹੈ ਏਕ ਘੜੀ ਆਧੀ ਘੜੀ ਆਧੀ ਹੁੰਤੇ ਆਦ। ਤੇ ਅੱਗੇ ਕੀ ਕਿਹਾ? ਕਹਿੰਦੇ ਭਗਤਨ ਛੇਤੀ ਗੋਸ਼ਟੀ। ਆ ਤੁਸੀਂ ਬੈਠੇ ਹੋ ਨਾ ਗੁਰੂ ਦੇ ਚਰਨਾਂ 'ਚ, ਆਪਾਂ ਗੋਸ਼ਟੀ ਕਰ ਰਹੇ ਹਾਂ, ਵਿਚਾਰ ਚਰਚਾ ਕਰ ਰਹੇ ਹਾਂ, ਗੁਰੂ ਦੀ ਬਾਣੀ ਦੀ ਵਿਚਾਰ ਸਾਂਝੀ ਕਰ ਰਹੇ ਹਾਂ। ਸਤਿਗੁਰੂ ਜੀ ਕਹਿੰਦੇ ਕਿ ਭਗਤਨ ਛੇਤੀ ਗੋਸ਼ਟੇ ਜੋ ਕੀਨੇ ਲਾਭ। ਜਿੰਨੀਆਂ ਵੀ ਘੜੀਆਂ, ਜਿੰਨੇ ਵੀ ਪਲ ਤੁਸੀਂ ਗੁਰੂ ਦੇ ਚਰਨਾਂ 'ਚ ਬੈਠ ਕੇ ਬਿਤਾਓਗੇ, ਜਿੰਨੇ ਸਾਹ ਲਓਗੇ ਨਾ, ਤੁਹਾਡਾ ਇੱਕ ਇੱਕ ਪਲ, ਤੁਹਾਡਾ ਇੱਕ ਇੱਕ ਸਾਹ, ਤੁਹਾਡੀ ਇੱਕ ਇੱਕ ਘੜੀ ਹੈ ਜਿਹੜੀ ਉਹ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਲੇਖੇ ਲੱਗੇਗੀ, ਪ੍ਰਵਾਨ ਹੋਏਗੀ ਤੁਹਾਡੀ ਗੁਰੂ ਦੇ ਚਰਨਾਂ ਦੇ। ਇੱਕ ਇੱਕ ਘੜੀ ਤੁਹਾਡੀ, ਇੱਕ ਇੱਕ ਕਦਮ ਤੁਹਾਡਾ ਚੱਲਿਆ ਹੋਇਆ ਸਤਿਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਦੇ ਦਰ ਤੇ ਪ੍ਰਵਾਨਗੀ ਤੁਹਾਨੂੰ ਮਿਲੇਗੀ। ਔਰ ਸੁਣਿਓ, ਸਤਿਗੁਰੂ ਨੇ ਕਿਹਾ, ਮਾਲਕ ਜੀ ਕਹਿਣ ਲੱਗੇ ਗੁਰਦੁਆਰੇ ਹਰ ਕੀਰਤਨ ਸੁਣੀਏ। ਇੱਥੇ ਕੀਰਤੀ ਸੁਣਨੀ ਹੈ। ਫਿਰ ਕਹਿੰਦੇ ਸਤਿਗੁਰ ਭੇਟ ਹਰ ਜਸ ਮੁਖ ਪਣੀਐ। ਆ ਜਦੋਂ ਆਪਾਂ ਗੁਰਦੁਆਰੇ ਆਉਣੇ ਆ ਨਾ, ਮੈਂ ਬੇਸਿਕ ਗੱਲਾਂ ਕਰ ਰਿਹਾ, ਬੇਸਿਕ ਸ਼ੁਰੂਆਤ ਵਾਲੀਆਂ। ਮੈਂ ਬਹੁਤੀ ਡੂੰਗੀ ਵਿਚਾਰ ਦੇ ਵਿੱਚ ਨਹੀਂ ਜਾ ਰਿਹਾ ਵੀ ਆਪਾਂ ਕਹੀਏ ਵੀ ਭਾਈ ਸਾਹਿਬ ਦੀ ਗੱਲਾਂ ਸਮਝ ਨਹੀਂ ਆਉਂਦੀਆਂ ਪਈਆਂ। ਨਹੀਂ, ਆਪਾਂ ਗੁਰਦੁਆਰੇ ਆਏ ਆ ਤੇ ਗੁਰਦੁਆਰੇ ਤਕਰੀਬਨ ਆਪਾਂ ਸਾਰੇ ਹੀ ਜਦੋਂ ਮੱਥਾ ਟੇਕਣ ਲੱਗੇ ਸਾਂ ਤੇ ਆਪਾਂ ਗੋਲਕ ਦੇ ਵਿੱਚ ਪੈਸੇ ਪਾਏ, ਸਾਰਿਆਂ ਨੇ ਪਾਏ ਆਪਣੀ ਸ਼ਰਧਾ ਦੇ ਅਨੁਸਾਰ। ਕਿਸੇ ਨੇ 10 ਪਾਏ, ਕਿਸੇ ਨੇ 5 ਪਾਏ, ਕਿਸੇ ਨੇ 100 ਪਾਏ, ਕਿਸੇ ਨੇ 500 ਪਾਇਆ, ਕਿਸੇ ਨੇ 2000 ਦਾ ਨੋਟ ਵੀ ਪਾਤਾ। ਆਪਾਂ ਜਦੋਂ ਇਹ ਪੈਸੇ ਪਾਏ ਹੈ, ਰੁਪਈਏ ਪਾਏ ਆ, ਇਹਨਾਂ ਨੂੰ ਆਪਾਂ ਕੀ ਕਹਿੰਦੇ ਆ? ਇਹ ਆਪਾਂ ਪੈਸੇ ਟੇਕ ਤੇ, ਇਵੇਂ ਹੀ ਆ ਨਾ, ਪੈਸੇ ਟੇਕ ਤੇ ਨਾ। ਜਿੰਨਾ ਚਿਰ ਇਹ ਪੈਸੇ ਮੇਰੀ ਜੇਬ 'ਚ ਸਨ, ਜਿੰਨਾ ਚਿਰ ਰੁਪਈਏ ਮੇਰੀ ਜੇਬ 'ਚ ਸਨ, ਉਹਨਾਂ ਚਿਰ ਸੀ ਮੇਰੇ, ਉਹਨਾਂ ਚਿਰ ਸੀ ਮੇਰੇ। ਤੇ ਜਦੋਂ ਇਹ ਰੁਪਈਏ ਹੁਣ ਮੈਂ ਗੁਰੂ ਦੇ ਚਰਨਾਂ ਵਿੱਚ ਟੇਕ ਤੇ, ਇਹ ਕਿਹਦੇ ਹੋ ਗਏ? ਗੁਰੂ ਦੇ ਹੋ ਗਏ ਨਾ। ਹੁਣ ਕੱਲ ਨੂੰ ਇਹ ਥੋੜਾ ਕਹੇਗਾ ਕੋਈ ਸੱਜਣ, ਲੈ ਵੀ ਕਮੇਟੀ ਵਾਲਿਆਂ ਨੂੰ ਕਹੋ ਲਿਆਓ ਵੀ ਬੁਲਾਓ ਸਾਰੇ ਪ੍ਰਬੰਧਕਾਂ ਨੂੰ ਇਕੱਠੇ ਕਰੋ ਜੀ, ਮੈਂ 10 ਵਾਲਾ ਨੋਟ ਪਾਇਆ ਸੀ ਤੇ ਮੈਨੂੰ ਕੱਢ ਕੇ ਦਿਓ। ਐਂ ਤਾਂ ਨਹੀਂ ਕੋਈ ਕਹਿੰਦਾ।
मैनू तो नहीं लगता कोई ऐ कहता हो भी मैं 2000 वाला नोट पाया तो मैनू कढ़ के दिओ, अब मैं 5 मिनट पहला इत्थे पा के गया। नहीं, प्रबंधक भी कहणगे भाई तू अपनी मर्जी नाल पा के गया। तो अगली गल, जिहड़ी चीज़ टेक दे दी हुंदी ना, जिहड़ी चीज़ भेटां दे रूप दे विच दे दित्ती जांदी आ, जिन्ना चिर वो मेरे कोल सी उन्ना चिर मेरी आ। ते जदों मैं टेक दित्ती वो चीज़, भावें पैसा सी कुछ भी सी, वो चीज़ फिर मेरी नहीं रहिंदी। जदों मैं टेक दे ना पैसे, वो मेरे नहीं, वो गुरु दे हो गए। आपां सारे आए आ ते तुसीं मत्था टेकिया। हुण आपां शब्द वरतदे आ मत्था टेकिया, ते टेके ते असीं गोडे भी ने, टेके ते असीं कूणियां भी साडीआं थल्ले लगियां है ना, टेके ते असीं हत्थ भी इस तरह हत्थ थल्ले लाए, पर शब्द वरतदे आ मत्था। मत्था ही क्यों वरतदे आ शब्द, कदी सोचिया? मत्थे दे विच है मत, ते जदों गुरु दे चरणां दे विच आण के असीं मत्था टेकदे आ ना, ते सिख एक अरदास करदा जां सिख दी एक भावना आ, सतगुरु जी अज तो बाद ए सिर भी तुहाडा ते इस सिर दे विच जिहड़ी मत है वो भी तुहाडी। सिख कहता मत भी तुहाडी। ते हुण इत्थों आपां जिवें दास ने पहलां 10 रुपइया की गल कीती है, 50 रुपइया की, जे 50 रुपये जिन्ना चिर मेरे कोल सन उन्ना चिर मेरे, जे मैं टेकते ते मेरे नहीं है, गुरु दे। गुरु क्या सिखा चेते रखी, जदों गुरु दे चरणां 'च आण के मत्था टेक देना, ये मत्था तेरा नहीं हुंदा, ये गुरु दा बन जांदा है। ये गल नूं समझिओ, कदी कल्ले बैठ के सोचिओ भी मत्था तो मैं कितनी बारी टेकिया है ना, मैं गुरु नूं सिर ते कितनी बारी नवाया, पर गल मैं गुरु दी एक भी नहीं मंनी। समझ रहे हो? इस करके गुरु साहब ने बचन कहे सन, मालिक जी कह लगे शीस निभाया क्या थिए। जे गुरु की गल नहीं ना मनता तो मालिक ने कहा अपराधी दूना निमे। अपराधी बंदा बड़ा नीमदा है, जब चोर चोरी तो फड़िया जाता ओदियां मिन्नतां वेख्या करो किवें करदा है, वो लेड़ियां किवें लैंदा, मैनूं छड्डो, मैनूं छड्ड दिओ, मैनूं बख्श दिओ, मैं किन्नियां मिन्नतां करदा हो। मालिक जी कहते इस करके गुरु साहब ने बचन कहे अपराधी दूना निवे जो हंता। मिर्गाए कहते शिकारी ने जो निशाना लाना हुंदा ना बड़ा निवदा है, जो हंता मिर्गाए शीस निभाया क्या थी हजारी दे को सदे जाए। हुण मन दे विच ते मैल है, गुरु दा बचन मनण वास्ते मैं तैयार कोई नहीं, गुरु दे शब्द के अनुसार मैं तुरन वास्ते तैयार कोई नहीं, तो मैं रोज़ ही ये गल कह देना नहीं जी मैं तो मत्था टेक के आया। नहीं नहीं, मत्था टेकिया तेरा कदों प्रवान होएगा, जदों तू गुरु नूं समर्पित होएगा। गुरद्वारे हर कीर्तन सुनिए, सतगुर भेट हर जस मुख पढ़िए। गुरु नूं अपना सिर भेटा दे विच दे दे, परमात्मा दा जस गा, ते नाल कहा जदों आ कुछ करेगा ना फिर होएगा कि कल कलेश मिटाए सतगुर, तेरे जीवन दे विचों कला कलेश निकलेगा। सतगुरु गुरु हरकृष्ण साहब सच्चे पातशाह जी दे कोल ना, इतिहास तुसीं कई बारी सुनिया, मैं सिर्फ उदाहरण देन लग्या। संगत आ रही है ते उस संगत दे विच एक चोर आ गया। चोर नाम है उनका जसवंत राय। भावना की लैके आया है, उत्थे कट्ठ बड़ा हुंदा, जिवें गुरुद्वारियां दे विच कट्ठ हुंदा ना, ते उहदी भावना सी भी कट्ठ बड़ा हुंदा ते चोरी करनी सौखी हो जाएगी। मैनूं माफ करिया जे, सारे एक सोच लैके नहीं आउंदे, कोई दावा नहीं कर सकता। जे सारे एक सोच लैके आउंदे हुंदे ना ते दरबार साहिब च ये लिख के नहीं लाउणा पैंदा भी अपने समान का ख्याल रखियो, लोग ते कशहरे तक नहीं छड्डदे। समझ रहे हो? तो कशहरे चुक के ले जाते उत्थों, ते बाकी कीमती समान जे वेखो गुरुद्वारियां दे विच सारे भले बंदे ही आउंदे होण,
ਸਾਰੇ ਦਾਨ ਪੁੰਨ ਵਾਲੇ ਹੀ ਆਉਂਦੇ ਹੋਣ, ਸਾਰੇ ਦਰਸ਼ਨ ਕਰਨ ਹੀ ਆਉਂਦੇ ਹੋਣ, ਤੇ ਤੁਸੀਂ ਦੱਸੋ ਗੁਰਦੁਆਰਿਆਂ ਦੇ ਗੋਲਕਾਂ ਨੂੰ ਜੰਦਰੇ ਲਾਉਣ ਦੀ ਲੋੜ ਹੈ? ਆ CCTV ਕੈਮਰੇ ਸਾਨੂੰ ਲਾਉਣ ਦੀ ਲੋੜ ਹੈ? ਨਹੀਂ ਨਹੀਂ, ਸਾਰੇ ਇੱਕ ਸੋਚ ਲੈ ਕੇ ਨਹੀਂ ਆਉਂਦੇ। ਆਪਣੀ ਆਪਣੀ ਸੋਚ ਹਰੇਕ ਬੰਦੇ ਦੀ ਹੈ। ਕੋਈ ਗੁਰਦੁਆਰੇ ਕਿਸ ਭਾਵਨਾ ਨਾਲ ਆਉਂਦਾ, ਕੋਈ ਕਿਸ ਭਾਵਨਾ ਨਾਲ ਆਉਂਦਾ। ਜਸਵੰਤ ਰਾਏ ਆ ਰਿਹਾ, ਮਨ ਦੇ ਵਿੱਚ ਸੋਚ ਹੈ ਕੀ ਹੈ ਭਲਾ, ਚੋਰੀ ਕਰਾਂਗੇ। ਸੰਗਤ ਦੇ ਵਿੱਚ ਲੈਣ ਦੇ ਵਿੱਚ ਲੱਗਾ, ਸਾਰੀਆਂ ਸੰਗਤਾਂ ਗੁਰੂ ਸਾਹਿਬ ਦੇ ਦਰਸ਼ਨ ਕਰ ਰਹੀਆਂ, ਦੀਦਾਰੇ ਕਰ ਰਹੀਆਂ, ਇਹਦਾ ਧਿਆਨ ਭਟਾਵਾਂ ਤੇ ਆ, ਇਹਦਾ ਧਿਆਨ ਭਟਾਵਾਂ ਤੇ ਆ ਵੀ ਭਟਾਵਾਂ ਬੜੀਆਂ ਜੁੜੀਆਂ, ਹੀਰੇ ਮੋਤੀ ਸਵਾਰਾਤ ਪਏ ਨੇ। ਕਹਿੰਦਾ ਅੱਜ ਗੱਲ ਬਣੇਗੀ। ਜਦੋਂ ਗੁਰੂ ਸਾਹਿਬ ਨੂੰ ਮੱਥਾ ਟੇਕਣ ਲੱਗਾ ਨਾ, ਸਤਿਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉੱਚੀ ਬੋਲ ਕੇ ਗੱਲ ਕਹੀ ਸੀ। ਮਾਲਕ ਜੀ ਕਹਿਣ ਲੱਗੇ, ਚੋਰ ਕੀ ਹਾਮਾ ਭਰੈ ਨਾ ਕੋਏ। ਚੋਰ ਕੀਆ ਚੰਗਾ ਕਿ ਹੋਏ। ਜਦੋਂ ਸਤਿਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਬਚਨ ਪੜ੍ਹੇ ਨਾ, ਸ਼ਬਦ ਪੜ੍ਹਿਆ, ਤੇ ਸਤਿਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਚਰਨਾਂ ਦੇ ਵਿੱਚ ਡਿੱਗ ਪਿਆ। ਰੋ ਰੋ ਕੇ ਸਤਿਗੁਰੂ ਜੀ ਦੇ ਚਰਨ ਧੋਤੇ ਨੇ। ਤੇ ਪਤਾ ਕੀ ਕਹਿੰਦਾ, ਮਾਲਕਾ ਜੇ ਬਿਮਾਰੀ ਦਾ ਪਤਾ ਲੱਗ ਗਿਆ ਤੇ ਕਿਰਪਾ ਕਰ ਹੁਣ ਇਲਾਜ ਵੀ ਕਰ ਦੇ। ਐ ਹੋਣਾ ਸਾਡਾ ਇਲਾਜ। ਸਤਿਗੁਰੂ ਸਾਡੇ ਅੰਤਰਜਾਮੀ ਨੇ, ਸਤਿਗੁਰੂ ਸਾਡੇ ਦਿਲਾਂ ਦੀਆਂ ਜਾਣਨ ਵਾਲੇ ਨੇ। ਤਾਂ ਹੀ ਗੁਰੂ ਸਾਹਿਬ ਨੇ ਕਿਹਾ, ਕਹਿੰਦੇ ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ ਕਾਟੈ ਜਮ ਕੀ ਫੰਦਾ। ਗੁਰੂ ਸਾਡਾ ਵੈਦ ਹੈ। ਔਰ ਇਹ ਗੱਲ ਚੇਤੇ ਰੱਖਿਆ ਜੇ, ਗੁਰੂ ਐਸਾ ਵੈਦ ਹੈ, ਕਹਿੰਦੇ ਦੁਨਿਆਵੀ ਡਾਕਟਰ ਹੈ ਨਾ, ਦੁਨਿਆਵੀ ਆਪਾਂ ਵੇਖਣੇ ਆ, ਉਹਦੇ ਕੋਲ ਜਾ ਕੇ ਆਪਾਂ ਦੱਸਦੇ ਆ, ਡਾਕਟਰ ਸਾਹਿਬ ਮੇਰੇ ਢਿੱਡ 'ਚ ਦਰਦ ਹੈ, ਡਾਕਟਰ ਸਾਹਿਬ ਮੇਰੇ ਸਿਰ 'ਤੇ ਪੀੜ ਹੈ, ਦਵਾਈ ਦਿੰਦਾ। ਤੇ ਕੋਈ ਇਹ ਕਵੇ, ਡਾਕਟਰ ਸਾਹਿਬ ਮੈਨੂੰ ਲੋਭ ਬੜਾ ਸਤਾਉਂਦਾ, ਡਾਕਟਰ ਸਾਹਿਬ ਮੈਨੂੰ ਕੰਮ ਬੜਾ ਸਤਾਉਂਦਾ, ਡਾਕਟਰ ਸਾਹਿਬ ਮੈਨੂੰ ਲਾਲਚ ਬੜਾ ਸਤਾਉਂਦਾ। ਤੁਸੀਂ ਸਿਆਣੇ ਬੈਠੇ ਜੇ, ਦੁਨੀਆ ਦਾ ਕੋਈ ਇਹੋ ਜਿਹਾ ਡਾਕਟਰ ਹੈਗਾ ਜਿਹੜਾ ਲੋਭ ਘੱਟ ਕਰਨ ਦੀ ਦਵਾਈ ਦੇ ਦੇਵੇ? ਕੋਈ ਨਹੀਂ ਹੈਗਾ। ਕੋਈ ਡਾਕਟਰ ਹੈਗਾ ਜਿਹੜਾ ਲਾਲਚ ਘੱਟ ਕਰਨ ਦੀ ਦਵਾਈ ਦੇ? ਕੋਈ ਨਹੀਂ ਹੈਗਾ। ਹਾਂ, ਦੁਨਿਆਵੀ ਡਾਕਟਰਾਂ ਦੀ ਗੱਲ ਛੱਡੋ, ਆ ਮੇਰੇ ਗੁਰੂ ਦੇ ਚਰਨਾਂ ਦੇ ਵਿੱਚ ਆਓ। ਗੁਰੂ ਸਰੀਰਕ ਹੀ ਨਹੀਂ, ਗੁਰੂ ਮਾਨਸਿਕ ਰੋਗ ਵੀ ਦੂਰ ਕਰਦਾ ਹੈ। ਮਾਨਸਿਕ ਤਾਈ ਤੇ ਗੁਰੂ ਸਾਹਿਬ ਨੇ ਕਿਹਾ, ਤੀਨੇ ਤਾਪ ਨਿਵਾਰਨ ਹਾਰਾ ਦੁੱਖ ਹੰਤਾ ਸੁਖਰਾਸ ਤਾਂ ਕੋ ਵਿਗੜਨਾ ਕਉ ਲੱਗਾ। ਕਹਿੰਦੇ ਉਹਦੇ ਜੀਵਨ 'ਚ ਕਦੀ ਰੁਕਾਵਟ ਨਹੀਂ ਆਉਂਦੀ। ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਸ਼ਬਦ, ਇੱਕ ਪੌੜੀ 35 ਨੰਬਰ ਪੌੜੀ ਆਨੰਦ ਸਾਹਿਬ ਦੇ ਵਿੱਚੋਂ ਦਾਸ ਨੇ ਪੜ੍ਹੀਏ, ਕਦੇ ਆਪਣੇ ਆਪ ਨਾਲ ਸਵਾਲ ਕਰੀਏ, ਕਦੇ ਨਹੀਂ ਕੀਤਾ। ਆਪਣੇ ਸਰੀਰ ਨੂੰ ਕਹੀਏ, ਸੱਜਣਾ ਆ ਦੁਨੀਆ 'ਚ ਆਇਆ ਕੀ ਕੀਤਾ ਹੀ। ਹੁਣ ਤੁਹਾਡੇ ਵਿੱਚੋਂ ਕਈ ਸੋਚਣਗੇ, ਲੈ ਵੀ ਮੈਂ ਤੇ ਕੋਠੀ ਪਾ ਲਈ, ਕੋਈ ਕਹੇਗਾ ਮੈਂ ਤੇ ਮਹਿੰਗੀ ਕਾਰ ਖਰੀਦ ਲਈ, ਕੋਈ ਕਹੇਗਾ ਮੈਂ ਪਲਾਟ ਖਰੀਦ ਲਿਆ, ਕੋਈ ਕਹੇਗਾ ਮੈਂ ਬੱਚਿਆਂ ਨੂੰ ਪੜ੍ਹਾਤਾ। ਪਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਕਹਿੰਦੀ ਹੈ, ਤੈਨੂੰ ਇਹ ਪੁੱਛ ਰਿਹਾ ਵੀ ਨਾਲ ਜਾਣ ਵਾਸਤੇ ਕੀ ਕੀਤਾ ਹੀ, ਕਿਹੜੀ ਕਮਾਈ ਕੀਤੀ। ਆ ਬੱਚੇ ਵੀ ਇੱਥੇ, ਆ ਜ਼ਮੀਨਾਂ ਜਾਇਦਾਦਾਂ, ਆ ਪਲਾਟ, ਆ ਕਾਰਾਂ, ਕੋਠੀਆਂ, ਸਭ ਕੁਝ ਇੱਥੇ ਪਿਆ ਰਹਿ ਜਾਣਾ। ਤਾਂ ਹੀ ਗੁਰੂ ਸਾਹਿਬ ਨੇ ਕਿਹਾ, ਕਿਸੇ ਵਿਰਲੇ ਨੂੰ ਇਸ ਗੱਲ ਦੀ ਸਮਝ ਪੈਂਦੀ ਹੈ ਵੀ ਮੇਰਾ ਸੱਚਾ ਮਿੱਤਰ ਕੌਣ ਹੈ, ਕਿਸੇ ਵਿਰਲੇ ਨੂੰ। ਨਹੀਂ ਤਾਂ ਸਾਰੀ ਦੀ ਸਾਰੀ ਦੁਨੀਆ ਬਸ ਇੱਕੋ ਪਾਸੇ ਮੂੰਹ ਕੀਤਾ, ਸਾਰੇ ਦੇ ਸਾਰੇ ਹਾਏ ਪੈਸਾ, ਹਾਏ ਪੈਸਾ, ਹਾਏ ਜ਼ਮੀਨ, ਹਾਏ ਪਲਾਟ, ਹਾਏ ਕੋਠੀਆਂ, ਸਾਰੇ ਇਸ ਪਾਸੇ ਤੁਰੇ ਹੋਏ। ਮਾਲਕ ਨੇ ਬਚਨ ਕਹੇ, ਕੋਈ ਜਾਣੈ ਕਵਨ ਇਹਾ ਜਗਮੀਤ ਜਿਸ ਹੋਏ ਕਿਰਪਾਲ ਸੋਈ ਬਿਦ ਬੂਝੈ ਤਾਂ ਕਿ ਨਿਰਮਲ ਰੀਤ। ਮਾਲਕ ਜੀ ਕਹਿੰਦੇ, ਇਹ ਸ਼ਰੀਰਾ ਮੇਰਿਆ ਇਸ ਜਗ ਮੈਂ ਆਏ ਕੈ, ਸਾਰੇ ਪੜੋ, ਇਸ ਜਗ ਮੈਂ ਆਏ ਕੈ ਦੱਸ ਕਿਆ ਤੁਧ ਕਰਮ ਕਮਾਇਆ। ਫਿਰ ਕਿਹਾ ਕੀ ਕਰਮ ਕਮਾਇਆ, ਦੱਸ ਕੀ ਕੀਤਾ ਹੀ ਜਾਂ ਤੂੰ ਜਗ ਮੈਂ ਆਇਆ। ਹੁਣ ਕੰਮ ਕਿਹੜਾ ਦੱਸਿਆ? ਗੁਰੂ ਸਾਹਿਬ ਜੀ ਕਹਿੰਦੇ, ਜਿਨ ਹਰ ਤੇਰਾ ਰਚਨ ਰਚਿਆ, ਜਿਹਨੇ ਤੇਰੀ ਰਚਨਾ ਕੀਤੀ ਆ। ਸਤਿਗੁਰੂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੋਲ ਨਾ ਇੱਕ ਸਿੱਖ ਆ ਗਿਆ, ਉਹ ਬੇਨਤੀ ਕਰਦਾ ਹੈ, ਸਾਡੇ ਸਾਰਿਆਂ ਦੀ ਬੇਨਤੀ ਹੈ ਵੈਸੇ। ਉਹ ਕਹਿੰਦਾ ਹੈ, ਸਤਿਗੁਰੂ ਗੁਰੂ ਅਰਜਨ ਸਾਹਿਬ ਜੀ, ਤੁਸੀਂ ਵਾਰ-ਵਾਰ ਆਪਣੀ ਬਾਣੀ ਦੇ ਵਿੱਚ ਵਾਰ-ਵਾਰ ਸ਼ਬਦਾਂ ਦੇ ਵਿੱਚ ਇਹ ਕਹਿੰਦੇ ਵੀ ਨਾਮ ਜਪਣਾ ਚਾਹੀਦਾ, ਰੱਬ ਦੇ ਗੁਣ ਗਾਉਣੇ ਚਾਹੀਦੇ ਆ, ਸਿਮਰਨ ਕਰਨਾ ਚਾਹੀਦਾ, ਬਾਣੀ ਪੜ੍ਹਨੀ ਚਾਹੀਦੀ ਆ।
सतगुरु जी क्यों बाणी पढ़ीए, ਉਹਦਾ सवाल सी क्यों नाम जपीए। क्योंकि ना बंदे का सुभाव आ, बंदे की ये फितरत है कुदरती तौर पर कि बंदा वो काम करता है जिहड़े काम च इहनूं फायदा नज़र आता है। दुनिया दे विच कोई ऐसा इंसान नहीं होना जिहड़ा अपने घाटे वास्ते कोई काम करदा होवे। हरेक बंदा अपने नफे वास्ते फायदे वास्ते काम करदा, ते जदों फायदे वास्ते काम गल आउंदी है फिर उत्थे सवाल आ जांदा भी हाँ जे मैं नाम जपना है तो फायदा, बाणी पढ़नी है तो फायदा। सतगुरु गुरु अर्जन साहब ने जदों ने कहा ना सतगुरु जी क्यों, तो सतगुरु गुरु अर्जन साहब ने ना फिर बड़ा प्यारा बचन किया। आप सारे पढ़ते हैं, विचारिया बहुत घट है। मालिक जी कहते रमैया के गुण, गुण शब्द वरत्या गुण। आप पंजाबी दे विच ना आम तौर पर घरां च वरतदे हैं भी फलाना बंदा ना गुण नहीं जानता, कहने ना फलाना बंदा गुण नहीं जानता, वो बेकदर है। गुरु साहब जी कहते परमात्मा दे गुण जान। गुण गुण का मतलब की है, परोपकार। एक तो होंदा ना सिवसला करनी परमात्मा दे गुण। गुरु साहब ने कहा गुण गोबिंद गायो नहीं, रब की सिवसला नहीं की, परमात्मा दे गुण नहीं गाए तो की कीता, जन्म अकारथ, जन्म व्यर्थ गवा लिया। पर इत्थे गुरु साहब ने कहा कहते जेड़े रब ने तेरे ते परोपकार कीते आ वो चेते कर। कहता मेरे वास्ते रब ने की कीता, भी मेरे वास्ते की कीता। साडे सारिਆਂ ਦੇ ना लांभे ने, मैनू की रब ने दिता। आ मेरे गुआढ़ी कोल वड्डी कार है, असीं इत्थे ही फसे हाँ, मैनू माफ करिया दे। आ मेरे गुआढ़ी कोल वेखो जमीन किन्नी आ, हाँ मेरे कोल ते कुछ नहीं, मेरी ओ गुआढ़ियां दी कोठी किड्डी आ ते मेरे कोल कुछ नहीं। गुरु साहब जी कहन लगे सब तो वड्डा धन तैनू रब ने दे दिता जिहड़ी तेरे कोल तंदरुस्ती है। सब तो वड्डा धन आ दुनिया दा, तेरे साह चल रहे ने। मैं एक दिन बेनती की सी, तुसी ना तुहानू डॉक्टर मान लो एज ए एग्जाम्पल तुहाडा कोई रिश्तेदार आ, सका संबंधी है हॉस्पिटल दे विच, ते डॉक्टर जवाब दे देवे, डॉक्टर कहे भी इन्हू नहीं बचा सकते। तुसी 10 करोड़ रुपया लैके ना 10 करोड़ रुपया लैके डॉक्टर कोल चल जाओ, डॉक्टर नूं कहो डॉक्टर साहब आ 10 करोड़ रुपया तुहाडा मेरा बंदा बचा दे। डॉक्टर की कहेगा भी 10 करोड़ दे दे मैं बचा लाँगा, नहीं। डॉक्टर कहता कोशिश मैं पहला भी की है, कोशिश मैं हुण भी कर लाँगा, पर जिन्ने ये श्वास लिखे ने उन्ने ही इन्हें लेने ने। जिन्ने परमात्मा अकाल पुरख ने श्वास इनू दे के भेजे उन्हां तो इलावा एक भी श्वास वध नहीं लै सकता। सच्चाई है। पर तुसीं दसो साडा एक एक श्वास है ना जिहड़ा, मैं बेनती करा दुनिया दियां दौलतां दे नालों महंगा है। तुसीं दुनिया का धन एक पासे रख दो, कहो एक श्वास आ जाए, आ सकता नहीं आ सकता। फिर जिहड़े श्वास है ना ये कीमती, ये श्वास ने जिहड़े ये दुनिया की दौलत नालों किते महंगे है। हुण अगली गल सुनियो, सानू जिहड़ियां अखां दित्तियां रब ने, आ सरकारां दे वेखदे सड़क ते आउंदे हो ना तुसीं, तुहानूं टैक्स भरना पैंदा है। सड़क ते गड्डी चलाउणी है, गड्डी लैनी तां टैक्स भरना पैंदा है। लाइट जगदी, बल्ब जगदा है, पक्खा चलदा है, एसी कूलर चलदा तां बिल देना पैंदा। मैं कहना सारी उम्र बचपन तो लैके सानूं बुढ़ेपा आ गया, सारी उम्र वेखिया बिल दिता है। आ फ्री दे विच असीं ऑक्सीजन वरतदे पे, हवा पानी वरतदे पे, बिल दिता। अब परमात्मा ने एडा सोहना शरीर दे दिता, कभी रब ने कहा भी मैनू थोड़ा जिहा तूं ऐ करिया कर, भी मेरे वाले खाते 'च पैसे पा दिया कर। हाँ वो गल वक्री है भी असीं अपनी मर्जी नाल पाईए। रब ने कोई जबरदस्ती ने कहा भी जिहड़ा इन्ना दान करेगा वो 4 साल वध जाएगा, जिहड़ा ना करेगा वो 4 साल घट जाएगा, ऐ तो नहीं ना हैगा। सतगुरु ने बचन कहे, मालिक जी कहते रमैया के गुण चेत प्राणी, और रब दे परोपकार चेते कर। क्यों कहते वेख कवन मूल, कहते पहला अपने पिछोकड़ वाले वेख, अपने मूल वाले वेख तू की सै। गुरु साहिब जी कहते रकत बिंद कर निम्मिया,
खून दी बूंद तो तैनू रब ने बनाया है। रकत बिंद कर निम्या अगन उदर मजार उर्द मुख कचील बिकल नरक घोर गुबार बिखम थानो जिन रखिया। गुरु साहिब की बाणी कह रही ना, रब ने तेनू बनाया। वेख कवन मूल ते कवन दृष्टानी, परमात्मा दे गुण गा तू की सै, रब ने की बनाता। एक अदीब ने बड़ी प्यारी गल लिखी, वो कहंदा वारी बलिहारी जाइए नेतो दी शान तो जिस दियां कुदरतां बनाया तुच्छ बंदा है। अड्डो अड्डी हड्डियां दे जोड़ जोड़े जुगत नाल कीती सो सफाई सोहना फेर फेर रंदा है। बाहरों चिट्टे पोचे नाल पोचिया मुनारा सोहना अंदरों लहू पाक मल मूत पर गंदा है। कहंदे बंदा हो के बंदा करे बंदगी तां बंदा चंगा, बंदगी बगैर बंदा गंदगी तो भी गंदा है। जे जीवन दे विच नाम नहीं, जीवन दे विच सत संगत नहीं, जीवन दे विच गुरु दी बाणी नहीं, ताई ते गुरु साहिब ने कहा जै तन बाणी विसर जाए जो पक्का। पक्का रोगी कौन होंदा भला? जिन्हों कोड़ दी बीमारी लगी होंदी, जिन्हों कोड़ होया होंदा पक्का रोगी उन्होंने कहते हैं, जो पक्का रोगी विल लाए। जिवें कोड़ी तड़फदा है वो बंदा विकारां दे विच तड़फदा है, जिहड़ा गुरु दी बाणी नाल टुट जांदा। सतगुरु ने कहा रमैया के गुण चेत प्राणी कवन मूल ते कवन दृष्टानी। कहंदे जिन तू साज सवार शिंगारिया, जिस परमात्मा ने तेनू साजिया, जिसने सवारिया, जिसने शिंगारिया। गर्भ अगन में माँ के पेट दे विच जिन्हें रखी की रखिया की राखी की साडी, गर्भ अगन में जिन्हें उभारिया। अगली गल बार व्यवस्था तुझे प्यारे दूध। परमात्मा नू फिक्र सी तेरा। अज ना अमेरिका वर्गियां जिहड़े वड्डे वड्डे देश ने, अमेरिका वड्डे वर्गे वड्डे वड्डे देशों के विच वड्डे पद्धर ते रिसर्चां हो रही, रिसर्चां खोजां हो रही इस गल दियां कि किहड़ी ताकत है इहो जी, वो किहड़ा जीवाणु है, किहड़ा कोई रसायन है जिहड़ा इंसान के शरीर दे विच है, जिहड़ा खून नूं दुध च बदल दिंदा। समझ रहे हो? खून नूं दुध च बदल दिंदा। आ गुरु साहिब ने कहा बार व्यवस्था तुझे प्यारे दूध। ये प्रबंध किन्ने कीता? परमात्मा ने। भर जोबन जवानी आई, भोजन सुख सूद 36 प्रकार के भोजन पैदा कर दिते। बिरद भया ये रब दे परोपकार ने साडे ते, तो बजुर्ग हो गया तैनू सके संबंधी संभालण वास्ते देते। बिरद भया ऊपर साख सैन, मालिक जी कहते मुख प्याओ बैठ को दैन, पर ये निर्गुण इन गुणा मनुख गुण कश। रब का कोई परोपकार नहीं चित्ते करता, नहीं आउंदा गुण। तां ही गुरु साहिब ने कहा, मालिक जी कहन लगे ए शरीरा मेरिया इस जग में आए कै क्या तुद कर्म कमाया, के कर्म कमाया तुद शरीरा जा तू जग में आया। कहते जिन हर तेरा रचन रचिया, जिस परमात्मा ने तेरी रचना की है, कहते सो हर मन ना वसाया। एक ना भगत कबीर साहब का वचन मैं पढ़ देना थोड़े जे अर्थ, क्योंकि समुचे अर्थ करदे टाइम लग जाना, बड़ा प्यारा जे। भगत कबीर साहब ने कहा, कहते कमन काज सिरजे जग पीतर। कमन काज सिरजे जग पीतर, जन्म कमन फल पाया। जीवन मिलिया सी, जिंदगी मिली सी, की फल प्राप्त किया? भवनिध तरन तारन चिंता मन एक निमख ना यह मन लाया। कहते रब दे नाल एक निमख मात्र भी नहीं, पल भर भी जुड़े नहीं। ये गुरु की बाणी कह रही, एक निमख ना यह मन लाया। कहते गोबिंद हम ऐसे अपराधी, हुण तुसीं आप सियाणे बैठे जे, अपराधी कहा जाता जिन्हें बहुत बड़ा कोई माड़ा काम किया होवे। असीं की कीता? शरीर लैके सेवा भगती नहीं की, शरीर लैके बाणी नहीं पढ़ी, शरीर लैके गुरुद्वारे नहीं आए, परमात्मा के गुणां नूं गाया ही नहीं। सारी उम्र माया माया, सारी उम्र पदार्थ, सारी उम्र बिजनेस, सब कुछ। सतगुरु ने कहा माते मतंग जरे जर संग अनूप उतंग सुरंग सवारे। गुरु गोबिंद सिंह साहिब की बाणी कहते तेरे को इन्नी अमीरी आ जाए, हाथी घोड़े सोने दे नाल लदे होण,
हीरे मोती जवाहरात उन्हां ते जड़े होण। माते मतंग जरे दर सांगे अनूप उतंग सुरंग सवारे कोट तुरंग। करोड़ा घोड़ियां दा मालक होवे, कुरंग से कूदत हरना दे वांगू छालां मारदे होण, तेज रफ्तार वाले होण। पुराने समय च घोड़े हुंदे सी, अज गड्डियां दी गल कर लो भी महंगियां तो महंगियां गड्डियां होण। कोट तुरंग कुरंग से कूदत पाउन के गौन को जात निवारे। मालिक जी कहंदे भारी भुजान के भूप भली विद, कहंदे बावां दे मां बड़ी राजे महाराजे तैनूं सिर झुकाउंदे होण। गुरु साहिब की बाणी आपां रोज़ पढ़दे हां सवेरे नितनेम च। मालिक जी कहंदे भारी भुजान के भूप भली विद, न्यावत शीस ना जात विचारे। इते भय तो कहा पे भूपत जे इन्ना वड्डा बन गया की फायदा है, अंत को नंगे ही। आ बाणी कहती है वो जाना तो नंगे पैरी है। मैं एक विद्वान नूं पढ़ रहा सी, वो पता कहंदा जेड़ा बच्चे नूं सब तो पहला कपड़ा पाया जाता, सब तो पहला, मैनूं इस इलाके का तो पता नहीं, दास का इलाका आ मालवा, पंजाब दे मालवा बेल्ट, लुधियाना मोगा फिरोजपुर फाजिलका। जेड़ा सब तो पहला कपड़ा पाया जाता ना उन्होंने कहते सी पोतड़ा। समझ रहे हो? वो जो पोतड़ा होंदा सी ना वो पजामी नहीं सी होंदी, वो सिर्फ तो सिर्फ बच्चा पैदा होंदा है ते बच्चे नूं ना वो थल्ले बन दिता जाता सी बस। पोतड़ा जेड़ा किसी तरह सीता नहीं सी होंदा, सीधा ही होंदा सी, चार कोनिया वाला पोतड़ा वो बनते सी। वो विद्वान कहता सब तो पहला बच्चा पैदा होया ते बन्निया गया पोतड़ा, ते सब तो बाद आखिरी समय जदों मौत वेले इंसान नूं पवाया गया वो जिहड़ा कफन सी ना, कफन कहंदे जिहड़ा पहला कपड़ा सी जेब उहदे भी कोई नहीं सी, जिहड़ा सब तो आखिरी पाया गया जेब उहदे भी कोई नहीं। ये गल समझण वास्ते बड़ी जरूरी जे। कहंदे जेब कित्थे आई, फिर अब विचाले ही आ गई। जम्मण तो बाद ते मरण तो पहला पहला जेबां दा काम है। ना जमदियां बंदा जेबां नाल लैके आउंदा ते ना जेबां नाल लैके जांदा, इत्थे ही रह जांदियां जिथे असीं वधे आ। सतगुरु ने सानू समझ दिती। मालिक जी कहंदे अंत को नांगे ही पाए, जानी वारी ते नंगे पैरी जाना। मालिक जी कहंदे जिन हर तेरा रचन रचिया सो हर मन ना वसाया। कहंदे रब किवें वसना सी। आ हुण सुनियो, मैं जिहड़ी पहलां बेनती कीती सी, सतगुरु गुरु अमरदास सच्चे पातशाह जी का आपां जिहड़ा ज्योति जो समाउण दा दिहाड़ा मनाया ना, ते गुरु रामदास जी का गुरता गद्दी दिवस। सतगुरु गुरु अमरदास सच्चे पातशाह जी का जीवन तुसीं बेअंत वार सुनिया। मैं सिर्फ छोटी टूक मात्र उदाहरण देनी आ। सतगुरु गुरु अमरदास जी दी उम्र इतिहासकार कहते 62 साल की होगी। 62 साल। हुण 62 साल तक ये इतिहासकारां ने लिखिया अपने अपनियां रचनावां दे विच कि सतगुरु गुरु अमरदास जी नालों आपां कहांगे बाबा अमरदास, अजे गुरु नहीं बने। 62 साल की उम्र तक तीर्थां ते जांदे ने, तीर्थां ते गंगा ते इशनान करते हैं। हुण जिहड़ा तीर्थां ते जांदा होएगा, गंगा ते जिहड़े इशनान करते होणगे, सुभाविक जी गल है उत्थे दान पुण्य भी करते होणगे। ते सुभाविक जी गल आ जिहड़े अपने नाल संगत नूं लैके जांदे आ ना, वो कोई आम बंदा ते होएगा नहीं, वो समाधि भी लाउंदा होएगा, वो धार्मिक कर्म भी करदा होएगा, वो पुण्यदान भी करदा होएगा। पर वेखो कमाल की गल है, जदों साधु मिलिया ना, वापस आ रहे सन, साधु मिलिया ते साधु ने विचारां तो प्रभावित होया ते साधु पुछदा भी तेरियां गल्लां बड़ियां वधिया है, बहुत सोहणियां गल्लां करदा है। साधु पुछदा है गंगा तो भी आया, पुण्यदान करके आया, मैनू ये दस तू किस गुरु दा सिख है? यही पुछया सी ना। हुण ये गल समझ लिया जे, ਜਿਹੜੇ अपने आप ਨੂੰ बड़े सियाने समझते हैं ना, लै भी मैनू गुरुद्वारे जाण की की लोड़ है, लै उत्थे जिहड़ा कुछ भाई साहब ने दसना है वो तो मैनू पहले ही पता। आ कई बड़े ने, गुरु साहब जी कहन लगे नानक गुरु ना चेतनी मन अपने सुचेत, अपने आप को सियाने समझते हैं। उन्होंने वास्ते गुरु साहब ने आसा जी की वार की पहली पौड़ी उचारण की है, मन अपने सुचेत छुट्टे तिल बुआड़ ज्यों सुलझै अंदर खेत, खेतै अंदर छुट्टिया कहो नानक सौ।
ਨਾ। ਅੱਜ ਪੰਜਾਬ ਦੀ ਧਰਤੀ ਤੇ ਬੜਾ ਵੱਡਾ ਇੱਕ ਰੌਲਾ ਪਿਆ ਹੋਇਆ ਹੈ ਨਾ, ਵਿਚਾਰ ਦਾ ਵਿਸ਼ਾ ਬਣਿਆ ਹੋਇਆ, ਬੜੀ ਕੰਟਰੋਵਰਸੀ ਚੱਲ ਰਹੀ ਹੈ ਕਿ ਈਸਾਈਅਤ ਦਾ ਪ੍ਰਭਾਵ ਸਾਡੇ ਬਹੁਤ ਸਾਰੇ ਜਿਹੜੇ ਪਰਿਵਾਰ ਨੇ ਈਸਾਈਅਤ ਦੇ ਵੱਲੇ ਜਾ ਰਹੇ ਨੇ। ਪਤਾ ਕਿਉਂ ਜਾ ਰਹੇ ਨੇ? ਵੱਡਾ ਕਾਰਨ ਇਹ ਸੀ ਕਿ ਉਹ ਕਦੀ ਗੁਰਦੁਆਰੇ ਆ ਕੇ ਗੁਰੂ ਦੀ ਬਾਣੀ ਨੂੰ ਉਹਨਾਂ ਨੇ ਸਮਝਿਆ ਤੇ ਜਾਣਿਆ ਹੀ ਨਹੀਂ, ਪੜ੍ਹਿਆ ਹੀ ਨਹੀਂ। ਤੇ ਕਈਆਂ ਨੂੰ ਬੜਾ ਇਸ ਗੱਲ ਦਾ ਹੈਗਾ ਲੈ ਵੀ ਬੜਾ ਘਾਟਾ ਪੈ ਗਿਆ ਜੀ ਸਾਡੇ ਪਰਿਵਾਰ। ਮੈਂ ਦੋਨੋਂ ਹੱਥ ਜੋੜ ਕੇ ਬੇਨਤੀ ਕਰਾਂ, ਗੁਰੂ ਸਾਹਿਬਾਨਾਂ ਨੇ ਕੁਆਲਿਟੀ ਦੇਖੀ ਨਾ ਕਿ ਕੁਆਂਟੀਟੀ। ਇਹ ਸਮਝਿਓ, ਜੇ ਕੁਆਂਟੀਟੀ ਵਧਾਉਣੀ ਹੁੰਦੀ ਨਾ, ਜੇ ਰਾਸ਼ੀ ਇਕੱਠਾ ਕਰਨਾ ਹੁੰਦਾ ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਕੋਲ ਪਹਾੜੀ ਰਾਜੇ ਆ ਗਏ ਸੀ, ਆਏ ਸੀ ਨਾ ਗੁਰੂ ਗੋਬਿੰਦ ਸਿੰਘ ਸਾਹਿਬ ਕੋਲ, ਕਹਿੰਦੇ ਜੀ ਸਾਨੂੰ ਵੀ ਅੰਮ੍ਰਿਤ ਛਕਾ ਦਿਓ, ਖੰਡੇ ਬਾਟੇ ਦੀ ਪੌਲ ਦੇ ਦਿਓ। ਸਤਿਗੁਰੂ ਜੀ ਕਹਿੰਦੇ ਠੀਕ ਹੈ। ਕਹਿੰਦੇ ਜੀ ਪਰ ਸਾਡੀ ਇੱਕ ਸ਼ਰਤ ਹੈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਮਨ ਦੇ ਵਿੱਚ ਤੇ ਵਿਚਾਰਿਆ ਵੀ ਸ਼ਰਤਾਂ ਤੇ ਮੈਂ ਦੇਣੀਆਂ ਇਹਨਾਂ ਨੂੰ, ਰਹਿਤਾਂ ਤੇ ਮੈਂ ਦੱਸਣੀਆਂ ਇਹਨਾਂ ਨੂੰ, ਮਰਿਆਦਾ ਤੇ ਮੈਂ ਦੱਸਣੀ ਇਹਨਾਂ ਨੂੰ, ਤੇ ਸ਼ਰਤ ਆਪਦੀ ਲੈ ਕੇ ਆ ਗਏ। ਵੈਸੇ ਜਿਹੜਾ ਸਿੱਖ ਹੈ ਨਾ, ਜਿਹੜਾ ਗੁਰੂ ਦੇ ਚਰਨਾਂ ਦੇ ਨਾਲ ਜੁੜਦਾ ਹੈ, ਮੈਂ ਬੇਨਤੀ ਕਰਾਂ ਉਹਦੀ ਕੋਈ ਸ਼ਰਤ ਨਹੀਂ ਹੁੰਦੀ, ਉਹ ਤੇ ਸਮਰਪਿਤ ਹੋ ਕੇ ਆਉਂਦਾ ਹੈ। ਸਮਰਪਿਤਾ ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ। ਸਮਰਪਿਤ। ਪਰ ਜਿਹੜੇ ਸ਼ਰਤਾਂ ਲੈ ਕੇ ਆਉਂਦੇ ਨੇ ਨਾ, ਜਿਹੜੇ ਕਹਿੰਦੇ ਵੀ ਸਤਿਗੁਰੂ ਆਹ ਦੇਗਾ ਤੇ ਆਹ ਕਰਾਂਗੇ, ਹੁੰਦਾ ਹੈ ਨਾ। ਦੇਖੋ ਮੇਰੀ ਬੇਨਤੀ ਆ ਦੋਨੋਂ ਹੱਥ ਜੋੜ ਕੇ, ਗੁਰੂ ਦੇ ਨਾਲ ਸੌਦੇਬਾਜ਼ੀ ਨਾ ਕਰਿਆ। ਇਹ ਕੋਈ ਹੱਟੀ ਨਹੀਂ ਹੈਗੀ, ਇਹ ਕੋਈ ਦੁਕਾਨ ਨਹੀਂ ਹੈਗੀ। ਅਸੀਂ ਦੁਨੀਆ ਦੇ ਵਿੱਚ ਸੌਦੇ ਕਰਦੇ ਆ ਹਨਾ, ਇੱਥੇ ਵੀ ਸੌਦੇ ਵੀ ਸਤਿਗੁਰੂ ਇੰਨੇ ਵਾਰੀ ਆਵਾਂਗਾ, ਇੰਨੇ ਵਾਰੀ ਆਹ ਦੇ ਦੇ ਜੇ। ਮੈਂ ਬੇਨਤੀ ਕਰਾਂ ਤੂੰ ਭਾਵਨਾ ਦੇ ਨਾਲ ਆ, ਤੈਨੂੰ ਮੰਗਣ ਦੀ ਲੋੜ ਹੀ ਨਹੀਂ, ਤੈਨੂੰ ਗੁਰੂ ਬਿਨਾਂ ਮੰਗਣ ਤੋਂ ਤੇਰੀ ਝੋਲੀ ਭਰ ਦੇਗਾ। ਕਿਉਂਕਿ ਮੇਰਾ ਗੁਰੂ ਹੈ ਨਾ ਜਿਹੜਾ, ਉਹ ਅੰਤਰਜਾਮੀ ਹੈ, ਉਹ ਹੈ ਬਿਨ ਬੋਲਿਆ, ਬੋਲਣ ਤੋਂ ਬਿਨਾਂ। ਮੈਂ ਤੇ ਬੇਨਤੀ ਕਰਾਂ ਜਦੋਂ ਸਿੱਖ ਆਪਣੇ ਘਰੋਂ ਤੁਰ ਪੈਂਦਾ ਹੈ ਨਾ, ਮੇਰੇ ਗੁਰੂ ਨੂੰ ਉਦੋਂ ਹੀ ਪਤਾ ਲੱਗ ਜਾਂਦਾ ਵੀ ਸਿੱਖ ਆ ਰਿਹਾ ਹੈ। ਤਾਂ ਇੱਥੇ ਆਣ ਕੇ ਆ ਕਈ ਤੇ ਲੜ ਪੈਂਦੇ ਆ। ਤੁਸੀਂ ਵੇਖਿਆ ਹੋਣਾ ਵੀ ਕਿਧਰੇ ਭਾਈ ਸਾਹਿਬ ਨੇ ਨਾਂ ਅਰਦਾਸ 'ਚ ਨਾਂ ਨਾ ਲਿਆ, ਬਾ ਭਾਈ ਸਾਹਿਬ ਦੀ ਸ਼ਬਦ ਆ ਗਈ। ਮੈਨੂੰ ਮਾਫ ਕਰਿਆ ਜੇ ਸੱਚੀ ਗੱਲ ਆ, ਮੈਂ ਵੀ ਇਸ ਲੈਣ ਦੇ ਨਾਲ ਮੈਨੂੰ ਪਤਾ ਭਾਈ ਸਾਹਿਬ ਦੀ ਸ਼ਾਮਤ ਆ ਗਈ ਵੀ ਭਾਈ ਸਾਹਿਬ ਤੁਹਾਨੂੰ ਮੇਰਾ ਨਾਂ ਹੀ ਭੁੱਲ ਗਿਆ, ਔਰ ਉੱਚੀ ਲੈਣਾ ਮੇਰਾ ਨਾਮ, ਮੈਂ ਗੁਰੂ ਨੂੰ ਦੱਸਣਾ ਹੈ ਵੀ ਭਲਾ ਗੁਰੂ ਅਣਜਾਣ ਆ। ਉਹ ਗੁਰੂ ਤੇ ਤੇਰੀਆਂ ਅਗਲੀਆਂ ਪਿਛਲੀਆਂ ਸਾਰੀਆਂ ਪੁਸਤਾਂ, ਗੁਰੂ ਤੇ ਤੇਰੇ ਮਨ ਦੇ ਵਿੱਚ ਕੀ ਚੱਲਦਾ ਉਹ ਵੀ ਜਾਣਦਾ ਹੈ, ਗੁਰੂ ਨੂੰ ਦੱਸਣ ਦੀ ਲੋੜ ਨਹੀਂ। ਗੁਰੂ ਦੇ ਨਾਲ ਸੌਦੇਬਾਜ਼ੀ, ਉਹ ਗੁਰੂ ਗੋਬਿੰਦ ਸਿੰਘ ਸਾਹਿਬ ਜਿਹੜੇ ਸੌਦੇਬਾਜ਼ੀ ਲੈ ਕੇ ਆਉਂਦੇ ਨਾ, ਕਰਦੇ ਨੇ। ਮੈਂ ਇਹ ਵੀ ਬੇਨਤੀ ਕਰਦਿਆਂ, ਉਹ ਪੱਕੇ ਸਿੱਖ ਨਹੀਂ ਹੁੰਦੇ, ਸਿੱਧੀ ਜੀ ਗੱਲ ਹੈ। ਉਹ ਸੌਦੇਬਾਜ਼ੀ ਹੁੰਦੇ ਨੇ, ਸਾਰੀ ਉਮਰ ਸੌਦੇ ਹੀ ਕਰਦੇ ਰਹਿੰਦੇ ਨੇ। ਇਹ ਆਏ ਕਹਿੰਦੇ ਜੀ ਸਾਡੀ ਸ਼ਰਤ, ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਦੱਸੋ। ਪਤਾ ਕੀ ਕਹਿੰਦੇ? ਕਹਿੰਦੇ ਜੀ ਸਾਡੇ ਵਾਸਤੇ ਵੱਖਰਾ ਅੰਮ੍ਰਿਤ ਤਿਆਰ ਕਰੋ। ਇਹੀ ਕਿਹਾ ਨਾ, ਅਸੀਂ ਨਹੀਂ ਇਹਨਾਂ ਛੁਦਰਾਂ ਨਾਲ, ਅਸੀਂ ਨਹੀਂ ਇਹਨਾਂ ਨੀਵੀਂ ਜਾਤ ਵਾਲਿਆਂ ਨਾਲ ਛਕਣਾ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਜਿੱਧਰੋਂ ਆਏ ਜੇ ਉਧਰ ਦੌੜ ਜਾਓ, ਕੋਈ ਲੋੜ ਨਹੀਂ ਤੁਹਾਡੇ ਵਰਗੇ ਜਾਤ ਅਭਿਮਾਨੀਆਂ ਦੀ, ਸਾਨੂੰ ਗੁਰੂ ਨਾਨਕ ਦੇ ਘਰ ਨੂੰ ਕੋਈ ਲੋੜ ਨਹੀਂ। ਕਹਿੰਦੇ ਜੀ ਸਾਰੇ ਰਾਜਪੂਤ ਰਾਜੇ, ਜੇ ਅਸੀਂ ਅੰਮ੍ਰਿਤ ਛਕ ਲਿਆ ਨਾ ਤੇ ਸਤਿਗੁਰੂ ਸਿੱਖਾਂ ਦੀ ਗਿਣਤੀ ਬੜੀ ਵੱਧ ਜਾਣੀ ਹੈ। ਮਾਲਕ ਜੀ ਕਹਿੰਦੇ ਇਹੋ ਜੀ ਗਿਣਤੀ ਦੀ ਸਾਨੂੰ ਲੋੜ ਨਹੀਂ, ਇਹੋ ਜਿਹਿਆਂ ਦੀ ਲੋੜ ਨਹੀਂ ਸਾਨੂੰ। ਤੁਸੀਂ ਅੱਜ ਸਾਡੇ ਵੱਲੇ ਆਏ ਜੇ, ਕੱਲ ਨੂੰ ਤੁਸੀਂ ਤੁਹਾਡੇ ਮਨ ਦੇ ਵਿੱਚ ਤੁਹਾਨੂੰ ਕੋਈ ਲਾਲਚ ਦੇਗਾ, ਤੁਹਾਨੂੰ ਹੋਰ ਤੁਸੀਂ ਉਸ ਪਾਸੇ ਚੱਲ ਜਾਓਗੇ। ਸਾਨੂੰ ਤੇ ਉਹ ਸਿੱਖ ਚਾਹੀਦਾ ਹੈ ਜਿਹੜਾ ਆਪਣਾ ਸਿਰ ਤਲੀ ਤੇ ਰੱਖ ਕੇ ਆਇਆ ਹੋਵੇ। ਜਦੋਂ ਖੱਡੇ ਬਾਟੇ ਦੀ ਪੌਲ ਤਿਆਰ ਕੀਤੀ ਸੀ ਨਾ, ਗੁਰੂ ਸਾਹਿਬ ਨੇ ਕੀ ਮੰਗਿਆ ਸੀ ਭਲਾ? ਪਤਾ ਹੀ ਆ ਸਾਨੂੰ ਕੀ ਮੰਗਿਆ ਸੀ? ਸਿਰ ਮੰਗਿਆ ਸੀ। ਉਹ ਬਾਅਦ ਦੀ ਗੱਲ ਹੈ। ਸਤਿਗੁਰੂ ਜੀ ਨੇ ਖਾਲਸੇ ਦੀ ਸਾਜਨਾ ਕੀਤੀ ਹੈ, ਪਹਿਲਾਂ 5 ਸਿਰ ਮੰਗੇ। ਤੇ ਚੇਤੇ ਰੱਖਿਆ ਜੇ ਗੁਰੂ ਨਾਨਕ ਦੇ ਘਰ ਦੇ ਵਿੱਚ ਪਿਆਰਾ ਹੀ ਉਹ ਬਣਦਾ ਜਿਹੜਾ ਸਿਰ ਦਿੰਦਾ ਆਪਣਾ। ਜਿਹੜਾ ਸਿਰ ਨਹੀਂ ਨਾ ਦੇ ਸਕਦਾ,
वो गुरु नानक की बख्शिश तो वाझा रह जाता। इत्थे ते अपना आपा गुरु के चरणों च रखना पैंदा है। आ जिहड़े इधर चल गए ना, कदी इधर चल गए, मैं दोनों हाथ जोड़ के बेनती करा, तुसीं गुरु नानक के चरणों नाल जुड़ के वेखो, ऐसा आनंद आएगा, ऐसा आनंद आएगा। तत्ती तवी ते बैठे होवोगे ना, तत्ती तवी भी तुहानूं जिहड़ा आ वो सेक नहीं ला पाएगी, तत्ती तवी भी तुहानूं दुख नहीं देगी। इत्थे माड़े मोटे आ जी साडा दर्द दूर करता जी, साडे भूतां कढ़दियां, साडा फलाना कढ़ता, साडा निक्कियां निक्कियां गल्लां करके असी कोई किहड़े डेरे ते चल गया, कोई भूताणे दे कोल चल गया, कोई फलाने कोल चल गया, कोई ढिमके कोल। नहीं, साचे साहिबा क्या नाही कर तेरे, पर अगली गल है करता तेरे सब कुछ है जिस दे सो पावे जिन्हों तू दिना आ। ते किनू मालक बख्शिश दिंदे आ, जेड़ा उस बख्शिश का पात्र बन जाता है। सतगुरु गुरु अमरदास सच्चे पातशाह जी की मैं गल कर रहा, कहते उस साधु ने यह गल कही, किहदा सिख आ, किस गुरु का चेला आ, ते बाबा अमरदास जी ने गल कही सी जी अजे गुरु नहीं धारण किया। हुण वेखो धार्मिक कर्म बड़े ने, तीर्थ यात्रा भी है ना, पुण्यदान भी बड़ा कुछ आ, पर उन्हें ये गल कही, कहते जी मैं अजे गुरु धारण नहीं किया। तो साधु ने यह गल कही सी, कहते तोबा तोबा तोबा, मेरी सारी जिंदगी की कमाई व्यर्थ चली गई। क्यों? क्योंकि मैनू नगुरे का संग हो गया। यही क्या सी ना, मेरा नगुरे का संग हो गया, मैं टुटे होए दे नाल संगत कर बैठा। आ गुरु साहब की बाणी का एक बचन साझा करा। मालक जी कहते नगुरे दे मत्थे लगदे जे, मत्थे कहते मत्थे लगना ते गल छड्डो। सतगुरु ने बाणी दे विच बचन कहे नगुरे बंदे दा ते नां लेना भी माड़ा है। क्या ना नगुरे का है ना उबरा। ते हुण तुसीं आप सियाणे बैठे जे, आपदी आपदी जिम्मेवारी निभाइए। जे साडे घरां दे विच, साडे परिवारां दे विच, साडे रिश्तेदारियां दे विच जे सानू इउं लगदा ना भी यह बंदा गुरु दे नालों टुटिया होया है, ते उस बंदे नूं जोड़न दी भी जिम्मेवारी साडी है। समझाओ, जे ते समझदा तो ठीक है, नहीं समझदा तो उहनूं फतेह ही बुलाई चंगी है। पर यह ना होवे गुरु गोबिंद सिंह साहब नूं पेठ ना कर दिया जे। ये भी हुंदा कई बारी, पता की हुंदा, आ रिश्तेदारां नूं खुश करदे करदे है ना, सज्जनां नूं खुश करदे करदे आ मैं सच्ची बेनती कर लगा जे कईयां नूं बड़ी लगेगी, क्योंकि उन्होंने अपने जीवन 'च कुछ कीता होना। मैं बेनती एक दिन की सी, जे किसी सिख नूं वेखना भी ये सिख पक्का, ये ना वेखो भी वो सवेरे अमृत वेले 4 बजे उठता है, 5 बजे उठता है, 2 बजे उठता है। ये ना वेखो भी वो नितनेम कितना करता है, ये ना वेखो भी वो गुरुद्वारे कितना आउंदा है। मैं बेनती करा जे पक्के गुरसिख नूं वेखना आ ना, उदों वेखो जदों अपने पुੱਤ ते धी दा विआह करदा है। तुहानूं पता लग जाएगा वो गुरु गोबिंद सिंह साहब की गल मनदा है कि अपने कुड़मां दी मनदा है। पक्का गुरसिख तुहानूं पता लग जाएगा। वो अपने रिश्तेदारों को खुश करता है कि गुरु को खुश करता। सतगुरु गुरु अमरदास जी कहते गुरु नहीं धारण किया, वो कहना नगुरे का संग हो गया, भज गया, चल गया साधु। बस अंदर एक सट वजी, रात नींद ना आई, तो सवेरे बीबी करमो जी जिहड़ी भतीज नौ सन, भतीज नौ, वो गुरु नानक की बाणी गाउंदी सी। मेरिया भैणां नूं बेनती है, दोनों हाथ जोड़ के, दोनों हाथ जोड़ के तुसीं मेरिया भैणां भी बैठियां जे, मावां भी बैठियां जे। कुदरती तौर पर ना, कुदरती तौर पर परमात्मा अकाल पुरख ने तुहाडी जिम्मेवारी बड़ी वड्डी लाई है। कुदरती तौर पर तुसीं परिवार नूं अगे वधाउणा है, क्योंकि तुहाडी कुख दे विच, तुहाडे पेट दे विच बच्चे ने 9 महीने रहना हुंदा, 9 महीने तुहाडे पेट 'च। हुण ये जिम्मेवारी तुहाडी है भी तुसीं परिवार नूं लचरता वाले लैके जाना है, अपने बच्चे नूं, अपनी धी नूं तुसीं नचार बनाउणा है, जां अपनी धी नूं गुरु नानक दी सिंघणी सिखणी बनाउणा। ये तुहाडे ते आ। तुसीं अपने पुत्तर नूं स्टेजां ते नच्चण वाला बनाउणा,
कि तुसीं साहिबजादा बाबा अजीत सिंह दा भरा बनाउणा है, तुसीं भाई मनी सिंह वर्गा बनाउणा है। क्या बाकियां दा तुहानूं पता, जिहड़ी मैं बेनती करके इस पासे ये तुहाडी जिम्मेवारी है। सियाणे कहंदे जे घर दी बीबी समझदार होवे, सूझवान होवे ना, ते वो परिवार सुभावक ही गुरु घर दे नाल जुड़ जांदा। एक नेपोलीਅਨ इंग्लिश राइटर ने, उन्होंने ना एक गल बड़ी प्यारी लिखी अपनी रचना दे विच। नेपोलीਅन ने उन्होंने किसी ने सवाल किया भी, कहते जी जे चंगे समाज की सिरजना करनी होवे ते की करना चाहिए, चंगा समाज सिरजना होवे ते की करना चाहिए। नेपोलीਅन ने एको ही गल की, कहना जे चंगा समाज सिरजना है तो चंगियां मावां पैदा करो। जिस समाज दे विच मावां चंगियां होणगियां ना, कहते दुनिया की कोई ताकत उस समाज नूं पिछे नहीं लिजा सकती। तो जिस समाज दीयां मावां ही नचार हो जाणगियां, जिस समाज दीयां मावां ही उहो जिहियां हो जाणगियां, उस समाज नूं गर्क होण लग्गियां बहुता टाइम नहीं लगना। हुण तुसीं सियाणे बैठे जे। बीबी अमरो बाणी पढ़दी है, करनी कागद मन मसवाणी, बुरा भला दोए लेख पहे। पढ़िया शब्द बाबा अमरदास जी ने सुनिया, बेनती की मैनू भी कृपा करो, अज जिन्हें बाणी लिखी है ना, बाणी उहदे नाल मिला दिओ। कहंदे जी वो तो ज्योति जोत समा गया, पर उन्हां दी गद्दी ते मेरा बापू मेरे पिता जी ने गुरु अंगद साहिब कहंदे लै चल। सतगुरु गुरु अंगद साहिब दे कोल आए। फिर हुण अगली गल सुनिया जे, गुरु अंगद साहिब दे कोल रह के 62 साल की उम्र तो लैके 74 साल की उम्र हो गई। 74 साल, 12 साल सेवा की। 12 साल बाबा अमरदास जी ने 12 साल बाद बख्शिश मिली। तो जो गुरता गद्दी ते विराजमान सन, तो सतगुरु गुरु अमरदास सच्चे पातशाह जी की शरण दे विच फिर एक सिख आउंदा जिहदी उम्र 11 साल की है। 11 साल की, माँ बाप चढ़ाई कर चुके, ਉਹਦੀ नानी अकाल चलाना करन लगी, तो बांह गुरु अमरदास जी को फड़ा गई, बच्चे का ध्यान रखिया जे। ना सी ਉਹਦਾ भाई जेठा, और इस भाई जेठे ने ऐसी गुरु नानक दे घर की सेवा की भावना दे नाल। जदों एक समा आया ना, सतगुरु गुरु अमरदास जी ने अपनी धी का विआह करना, बीबी भानी का, तो माता मनसा देवी नूं पुछदे आ, बीबी भानी विआह दे योग हो गया, वर किहो जिहा होवे? ते माता मनसा देवी ने कहा सी इहो जिहा। किहदे वर्गा? भाई जेठे वर्गा। यही सी ना, पहला गुरु नानक दे घर दे विच विआहे गए, अपने आप को जनाया नहीं। तुसीं साखी पढ़ लिओ, मेरे को इन्ना टाइम नहीं। जदों लाहौर दे विचों रिश्तेदार आए सन, कहंदे जी साडा इत्थे भतीजा विआहिआ। उन्होंने मन च सी चिट्टे रंग की चादर विछा के बैठे होणगे, लोग मत्थे टेकते होणगे। तो जदों आए तो भाई जेठे के सिर ते टोकरी वेखी, तो उन्होंने ये गल कह दी, कहते तू साडी कुल नूं दागी कर दिता। सतगुरु गुरु अमरदास जी ने जदों ये गल सुनी, तो गुरु अमरदास सच्चे पातशाह ने यह गल कही, कहते जे तुहाडी कुल दे विच भाई जेठा ना पैदा हुंदा तो सारी दी सारी कुल नरकां नूं जाणी सी। वो तुहाडी कुल दा उधार हो गया है। आ भाई जेठा गुरु रामदास तुहाडी कुल दे विच आके पैदा हो गए ने, तुहाडी कुल दा भला हो गया। कबीर साई कुल भली जा कुल हर को दास। ते फिर जदों सतगुरु गुरु अमरदास सच्चे पातशाह जी ने हुण गुरता गद्दी देनी आ, ते ओही भाई जेठा जिहड़ा 11 साल की उम्र दे विच आया सी, ओदी सेवा तो खुश होके, वो थड़िया वाली साखी आप सारिਆਂ ने सुनी है, सेवा तो खुश होके सतगुरु गुरु अमरदास सच्चे पातशाह जी ने बाणी दे विच बचन आए, सतगुर भाणे अपने बह परिवार सदाया, मत मैं पिछे कोई रोग सी सो मैं मूल न पाया, मित पैजै मित बिगथै जिस मित की पैज भावे, तुसी विचार देखो पुत भाई हर सतगुरु पहनावे। उत्थे ये बचन वरते, सारी संगत नूं ये गल कही, सारी संगत नूं ये बचन कहे कि तुसी गुरु रामदास सच्चे पातशाह जी के चरणों के विच नमस्कार करो। मोरी पुत सन्मुख होया रामदास है पैरी पाए जियो। संगत ने पूछा क्यों? सतगुरु गुरु अमरदास सच्चे पातशाह जी ने यह गल कही, अज तो बाद साडी जगह ते गुरु नानक की जोत इन्हां दे विच विचरेगी।
जिन्हां ने गुरु नानक के दर्शन करने आ, जिन्हां ने गुरु अंगद साहिब के दर्शन करने आ, जिन्हां ने गुरु अमरदास जी के दर्शन करने आ, कहते हो गुरु रामदास जी के दर्शन कर लियो। ताई ते मालिक ने बचन कहे, मालिक जी कहते धन धन रामदास गुर जिन सिरिया सवारिया। असी करामात पता किनू समझने आ भी उड़ना शुरू करता जी करामात, ओ जी गायब हो गया करामात। गुरु साहिब जी कह लगे आ वेखो बचपन दे विच जिन्हों कोई घरे वाड़न दे वास्ते तैयार नहीं सी ना हैगा, आ करामात जिन्हों कोई घरे वाड़न दे वास्ते तैयार नहीं, अज उहदे घर दे विच जाण वास्ते सारे तरले लैंदे आ। जिहदे अगे दरवाजे भेड़ ले जांदे सन, अज उहदे घर दे दरवाजे सारिਆਂ वास्ते खुले आ, चारे दरवाजे। कोई भी जावे, खत्तरी ब्राह्मण शूद वैश्य उपदेश चौ वर्णा को साझा कोई भी होवे। सतगुरु ने बचन कहे, गुरु अमरदास जी का शब्द है। मालिक जी कहन लगे जिस परमात्मा ने तेरी रचना की, जिन हर तेरा रचन रचया सो हर मन न वसाया। कहते गुर प्रसादी हर मन वसिया पूर्व लिखिया पाया, कह नानक ए शरीर प्रवान हुआ। वो शरीर प्रवान है केड़ा, जिन सतगुर स्यों चित लाया, जिन्हें सतगुरु दे नाल चित लाया। हुण इत्थे एक बेनती करके मैं समाप्ति करां। गुरु साहिब की बाणी दे विच बचन आए, मालिक जी कहन लगे भी असी ना गुरसिखां दा सत्कार करना है। मेरी बेनती नूं बड़े ध्यान दे नाल सुनिया जे, गौ दे नाल, ताकि पता लगे गुरु साहिब जी की कह रहे हैं। असी गुरसिखां दा सत्कार करना है और इन्ना की करना है कि हद तो वध भाई अदब। मालिक ने बाणी दे वचन कहे, जो तीसरा गुरस खड़ा तिस निमन लागो। बाणी दे विच वचन कहे, जन नानक धूर मंगे इस गुर सिख की जो आप जपै। सत्कार करना है, पर एक बाणी दी पंक्ति मालिक जी कहते सत्कार करो, इन्ना ख्याल रखियो। सत्कार सत्कार तक ही रहे, तुसीं ओनूं गुनाह बना के बह जाए। ये समझो गुरसिख दा सत्कार है, वो सत्कार है, पर जे साडा चित लगना है ना, चित वो गुरु नाल लगे, उही गुरसिख प्रवान है जिहड़ा सानूं गुरु दी बाणी नाल जोड़दा है। वो कदे नहीं पाण, मैं कहना गुरसिख ही नहीं हैगा जिहड़ा अपने नाल जोड़दा है। इत्थे बड़े तुहानूं ढोंगी मिल जाणगे अपने नाल जोड़न वाले। मालिक जी कहंदे गुरमुख स्यों कर। उन्होंने बाणी की पंक्ति चेते है, तुसीं मैं तां छड्ड दिंदा हुंदा भी तुहानूं चेते है, ते बोलो गुरमुख कर। गुरमुखां नाल पर सुनाओ जेड़े सानू परमात्मा कालदार दी गल सुनाउण जगह मैं सच्ची हिरदे दे नाल कह रहा, तुसीं सारे भरा जुड़े बैठे जे। इस जगते आउण वास्ते ना लोग तरसदे है। मैं कहना इस पंजोखा रहण वाले ना कोई किन्ने जन्मां दा तुहाडा जाप होगा ताप होएगा जिहड़ा तुहाडा इस जन्म सच्ची है। लोग तरसदे आ इस स्थान ते आउण वास्ते। आ गुरु हरकृष्ण सच्चा जी दे नाम वास्ते लोग भां भर भर के इत्थे गुरु के चरणों के आउंदे आ। ते मैं बेनती करां, जे तुसीं इस धरती दे रहण वाले जे ना, अपने दुनियावी कम्मां कारां दे विचों टाइम कढ के ना गुरु सच्चे पातशाह जी के इस स्थान ते आके जरूर एक बारी नतमस्तक, दो बारी आख दिओ ते बधाई है। एक बारी गुरु आके धरती है गुरु आप चपाए ने सात पई अरियावली जिथे मेरा सतगुरु बैठा है। गल नहीं मेरा सतगुरु बहुत बहुत धन्यवाद धन धन साहिब सतगुरु गुरु ग्रंथ साहिब सच्चे पातशाह जी का, जिन्होंने अपने चंदे में बिठा करके दासरे के कोलों सवावां नहीं है। बहुत बहुत धन्यवाद अठवें पातशाह सतगुरु हरकृष्ण साहिब सच्चे पातशाह जी का। बहुत बहुत धन्यवाद साडे नौजवान वीर जिन्होंने एक उपराला किया। हरेक ऐतवार दे ऐतवार कोई ना कोई रूह कोई कोई सच कीर्तनी जथा कोई कथावाचक उन्होंने बुला करके आप संगतां दे रूबरू कराउंदे आ।
ਵੀ ਆਪਣੀ ਦਸਾਂ ਨੌਵਾਂ ਦੀ ਕਿਰਤ ਕਮਾਈ ਨੂੰ ਸਫਲਾ ਕਰਦੇ ਹੋਏ ਵੀ ਸਾਡੀ ਚਲੋ ਇਹ ਸਮਾਂ ਕੋਈ ਜੁੜ ਜਾਵੇ। ਬਹੁਤ ਧੰਨਵਾਦ ਇੱਥੋਂ ਦੇ ਭਾਈ ਜੀ, ਭਾਈ ਸਿੰਘ ਸਾਹਿਬ ਜੀ, ਬੂਟਾ ਸਿੰਘ ਜੀ ਸੰਗਤ ਤੋਂ ਦੋਨੋਂ ਹੱਥ ਜੋੜ ਬੇਨਤੀ ਚਾਹੁੰਦਾ ਮੈਂ ਮਜਬੂਰੀ ਤੋਂ ਮੈਂ ਪਹਿਲਾਂ ਜਾ ਹਾਈਵੇ। ਸੋ ਆਪ ਸੰਗਤ ਮੈਨੂੰ ਪਤਾ ਗੁਰੂ ਨਾਨਕ ਦੇ ਸਿੱਖ ਜੇ ਤੁਸੀਂ ਮਾਫ ਕਰ ਦਿਓਗੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰੇ ਹੋਈਆਂ। ਆਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਸੋ ਬਹੁਤ ਬਹੁਤ ਧੰਨਵਾਦ ਹੈ ਸਤਿਕਾਰਯੋਗ ਭਾਈ ਸਾਹਿਬ ਭਾਈ ਰਛਪਾਲ ਸਿੰਘ ਜੀ ਫਾਜ਼ਿਲਕਾ ਵਾਲਿਆਂ, ਜਿਨ੍ਹਾਂ ਨੇ ਬਾਲਾ ਪ੍ਰੀਤਮ ਸਤਿਗੁਰੂ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਇਸ ਪਾਵਨ ਅਸਥਾਨ ਤੇ ਪਹੁੰਚ ਕੇ ਅੱਜ ਰਾਤਰੀ ਦੇ ਜਿਹੜੇ ਸਮਾਗਮ ਹਨ ਉਹਨਾਂ ਦੇ ਵਿੱਚ ਸੰਗਤਾਂ ਨੂੰ ਗੁਰਤ ਵਿਚਾਰਾਂ ਸਰਵਣ ਕਰਾਈਆਂ ਹਨ। ਸੋ ਸਤਿਕਾਰਯੋਗ ਬਾਬਾ ਬੂਟਾ ਸਿੰਘ ਜੀ ਹੈੱਡ ਗ੍ਰੰਥੀ ਗੁਰਦੁਆਰਾ ਸਾਹਿਬ ਔਰ ਗੁਰਦੁਆਰਾ ਸ਼੍ਰੀ ਪੰਜੋਖਰਾ ਸਾਹਿਬ ਦੀ ਸਮੁੱਚੀ ਮੈਨੇਜਮੈਂਟ ਵੱਲੋਂ ਭਾਈ ਸਾਹਿਬ ਹੋਰਾਂ ਦਾ ਬਹੁਤ ਬਹੁਤ ਧੰਨਵਾਦ ਹੈ। ਸਮੁੱਚੀਆਂ ਸੰਗਤਾਂ ਜਿਹੜੀਆਂ ਦੂਰੋਂ ਚੱਲ ਕਰਕੇ ਪਹੁੰਚੀਆਂ ਨੇ, ਸਭਨਾਂ ਦਾ ਧੰਨਵਾਦ। ਬਾਲਾ ਪ੍ਰੀਤਮ ਸਤਿਗੁਰੂ ਜੀ ਕਿਰਪਾ ਕਰਨ, ਸਭਨਾਂ ਨੂੰ ਚੜ੍ਹਦੀ ਕਲਾ, ਦੇਹ ਅਰੋਗਤਾ, ਤੰਦਰੁਸਤੀ ਦੀਆਂ ਦਾਤਾਂ ਬਖਸ਼ਿਸ਼ ਕਰਨ। ਹੁਣ ਬਾਬਾ ਜੀ ਆਨੰਦ ਸਾਹਿਬ ਦੀਆਂ 6 ਪੌੜੀਆਂ ਆਪਣਗੇ, ਉਸ ਤੋਂ ਉਪਰੰਤ ਅਰਦਾਸ ਸਮਾਪਤੀ ਹੋਵੇਗੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਨਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਪਾਇਆ ਛੇਤੀ ਮਨ ਵਜੀਆਂ ਵਧਾਈਆਂ। ਅਗਰ ਪਰੀਆਂ ਗਾਣੇ ਨਾਨਕ ਹੋਵਾ ਸਤਿਗੁਰੂ ਮੈਂ ਪਾਇਆ, ਮੇਰੇ ਹਰਨਾਰੇ ਹਰ ਰਹੋ ਮਨ ਮੇਰੇ ਦੂਸਰੇ ਸੁਨਾ ਗੱਲਾਂ